ਸਵਾਗਤ ਗੱਲਾਂ ਤੇ ਗੀਤ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੈਂ ਹਾਂ ਚਰਨਜੀਤ ਜੋਗੀ। ਕੁਝ ਸਾਡੇ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਵੀ ਹੁੰਦਾ ਜਦੋਂ ਕਿਸੇ ਦੇ ਘਰ ਕੋਈ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਕੋਈ ਪ੍ਰਾਹੁਣਾ ਆ ਜਾਵੇ ਨਾ ਤਾਂ ਬੜੇ ਚਾਅ ਦੇ ਨਾਲ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਜਾਂਦੇ ਨੇ ਕਿ ਇੱਕ ਤਾਂ ਉਹਨੇ ਬੜੀ ਦੇਰ ਬਾਅਦ ਮਿਲਣਾ ਹੁੰਦਾ ਤੇ ਦੂਸਰਾ ਜਦੋਂ ਉਹਦਾ ਅਟੈਚੀ ਖੁੱਲ੍ਹਦਾ ਨਾ ਤੇ ਉਹਦੇ ਵਿੱਚੋਂ ਵੀ ਕੁਝ ਨਾ ਕੁਝ ਤੋਹਫੇ ਨਿਕਲਦੇ ਨੇ ਸਾਰਿਆਂ ਦੇ ਵਾਸਤੇ। ਤੇ ਸਾਡੇ ਡੀਡੀ ਪੰਜਾਬੀ ਦੇ ਦਰਸ਼ਕਾਂ ਦੇ ਵਾਸਤੇ ਵੀ ਅੱਜ ਅਸੀਂ ਇੱਕ ਅਟੈਚੀ ਖੋਲ੍ਹ ਕੇ ਇੱਕ ਸੋਹਣਾ ਜਿਹਾ ਤੋਹਫਾ ਜਿਹੜਾ ਉਹ ਤੁਹਾਡੇ ਵਾਸਤੇ ਲੈ ਕੇ ਆਂਦਾ ਔਰ ਉਸ ਤੋਹਫੇ ਨੂੰ ਜਲਦ ਤੋਂ ਜਲਦ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਪਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਘਾਲਣਾ ਜਿਹੜੀ ਘਾਲਦੇ ਨੇ ਲੋਕ ਉਹ ਸੱਚਮੁੱਚ ਜ਼ਿੰਦਗੀ ਦੇ ਲਈ ਬਿਹਤਰੀਨ ਤੋਹਫੇ ਵਰਗੇ ਹੁੰਦੇ ਨੇ ਔਰ ਅਜਿਹਾ ਹੀ ਇੱਕ ਬੇਨਜ਼ੀਰ ਤੋਹਫਾ ਸਾਡੇ ਕੋਲ ਪਹੁੰਚਿਆ ਜੀ, ਜਿਨ੍ਹਾਂ ਦੀ ਕਹਾਣੀ ਬੜੀ ਲੰਮੀ ਹੈ, ਬੜੀ ਮਿਹਨਤ ਕੀਤੀ ਆ ਔਰ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਇਸ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਔਰ ਨਾਮ ਉਹਨਾਂ ਨੇ ਕਲਮ ਦੇ ਨਾਲ, ਨਾਮ ਉਹਨਾਂ ਨੇ ਸਮਾਜ ਸੇਵਾ ਦੇ ਵਿੱਚ, ਨਾਮ ਉਹਨਾਂ ਨੇ ਰੇਡੀਓ TV ਅਖਬਾਰਾਂ ਦੇ ਵਿੱਚ ਕੰਮ ਕਰਕੇ ਔਰ ਨਾਮ ਉਹਨਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣਾ ਪਿਤਾ ਪੁਰਖੀ ਧੰਦਾ ਖੇਤੀ ਅਪਣਾ ਕੇ ਔਰ ਫਿਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਕੰਮ ਕਰਕੇ ਉਹਨਾਂ ਨੇ ਆਪਣਾ ਨਾਮ ਬਣਾਇਆ। ਜੀ ਹਾਂ, ਉਹ ਇੱਕ ਵੱਡਾ ਜਿਹਾ ਨਾਮ ਹੈ ਮਿੰਟੂ ਬਰਾੜ। ਅੱਜ ਸਾਡੇ ਨਾਲ ਨੇ ਗੱਲਾਂ ਤੇ ਗੀਤ ਵਿੱਚ ਮਿੰਟੂ ਬਰਾੜ ਜੀ। ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੋਗੀ ਜੀ ਤੇ ਡੀਡੀ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਚੜ੍ਹਦੀ ਕਲਾ 'ਚ ਹੋਵੋਗੇ। ਬੜਾ ਚਾਅ ਚੜ੍ਹਦਾ ਜਦੋਂ ਦੂਰਦਰਸ਼ਨ ਦੇ ਵਿਹੜੇ ਆਉਣੇ ਆ ਜੀ। ਭਾਵੇਂ ਵਾਹਿਗੁਰੂ ਦੀ ਰਜ਼ਾ ਨਾਲ ਆਪਾਂ ਦੁਨੀਆ ਦੇ ਹਰ ਚੈਨਲਾਂ ਤੇ ਜਾ ਚੁੱਕੇ ਆ ਪਰ ਕਦੇ ਇੰਨਾ ਸਵਾਦ ਨਹੀਂ ਆਉਂਦਾ, ਅੰਦਰੋਂ ਖੁਸ਼ੀ ਨਹੀਂ ਆਉਂਦੀ ਜਿੰਨੀ ਆਪਣੇ ਇਸ ਮਾਂ ਬੋਲੀ ਦੇ ਸ਼ੁਰੂਆਤੀ ਚੈਨਲ ਜਦੋਂ ਬਚਪਨ 'ਚ ਜਿਹਨੂੰ ਅਸੀਂ ਦੇਖਿਆ ਹੰਢਾਇਆ ਤੇ ਉਹਦੇ ਤੇ ਆ ਕੇ ਜੋ ਬੈਠਦੇ ਆ, ਸਾਡੀ ਸੋਚ ਨਹੀਂ ਸੀ ਇਹਨਾਂ ਕੁਰਸੀਆਂ ਤੇ ਆ ਕੇ ਬੈਠਣ ਦੀ, ਪਰ ਇਹ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਤਾਂ ਇਸ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਡੀਡੀ ਪੰਜਾਬੀ ਦੇ ਤੇ ਤੁਹਾਡੇ ਸਾਰਿਆਂ ਜੀ। ਬਹੁਤ ਮਿਹਰਬਾਨੀ। ਔਰ ਤੁਹਾਡੀ ਇਹ ਸੋਚ ਸੀ, ਅਸਲ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਇਹ ਸੋਚ ਸੀ ਔਰ ਤੁਹਾਡੀ ਇਹ ਉੱਚੀ ਤੇ ਸੁੱਚੀ ਸੋਚ ਨੇ ਤੁਹਾਨੂੰ ਇਹ ਦਰਸ਼ਕਾਂ ਦੇ ਅੱਜ ਰੂਬਰੂ ਕਰਵਾਇਆ। ਔਰ ਜੇਕਰ ਅਸੀਂ ਗੱਲ ਕਰੀਏ ਹਰ ਇੱਕ ਨਾਮ ਦੇ ਮਗਰ ਕੋਈ ਨਾ ਕੋਈ ਕਹਾਣੀ ਲੁਕੀ ਹੁੰਦੀ ਹੈ ਔਰ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਬਣ ਜਾਂਦਾ ਹੈ ਜੀ। ਤੇ ਗੁਰਸ਼ਮਿੰਦਰ ਸਿੰਘ ਤੋਂ ਮਿੰਟੂ ਬਰਾੜ ਦੀ ਜਿਹੜੀ ਕਹਾਣੀ ਹੈ ਉਹ ਪਹਿਲਾਂ ਸੁਣਨੀ ਚਾਹਾਂਗੇ। ਦੇਖੋ, ਸਾਰਿਆਂ ਦੇ ਇੱਥੇ ਆਪਣੇ ਪੰਜਾਬੀ ਘਰਾਂ 'ਚ ਇੱਕ ਨੋਰਮਲ ਜੀ ਗੱਲ ਰਹੀ ਹੈ ਵੀ ਇੱਕ ਪੱਕਾ ਨਾਂ ਹੁੰਦਾ, ਇੱਕ ਕੱਚਾ ਨਾਂ ਹੁੰਦਾ। ਸੋ ਪੱਕਾ ਨਾਂ ਮੈਨੂੰ ਗੁਰਸ਼ਮਿੰਦਰ ਸਿੰਘ ਮੇਰੇ ਮਾਮਾ ਜੀ ਨੇ ਦਿੱਤਾ ਤੇ ਦੂਜੇ ਮਾਮਾ ਜੀ ਨੇ ਕਿਤੇ ਉਹਨਾਂ ਨੇ ਦੇਖਿਆ ਉਸ ਟਾਈਮ 'ਚ ਮਿੰਟ ਗੁਮਰੀ ਨਾਂ ਦੀ ਕੋਈ ਕੰਪਨੀ ਬੜੀ ਫੇਮਸ ਚੱਲ ਰਹੀ ਸੀ ਜਾਂ ਉਹਦਾ ਕੋਈ ਚਰਚਾ ਸੀ ਤੇ ਉੱਥੋਂ ਮੈਨੂੰ ਮਿੰਟ ਗੁਮਰੀ ਕਹਿੰਦੇ ਮਿੰਟੂ ਬਣ ਗਿਆ ਜੀ। ਤੇ ਫਿਰ ਜਦੋਂ ਮੈਨੂੰ ਥੋੜੀ ਜਿਹੀ ਹੋਸ਼ ਸੰਭਾਲੀ ਤਾਂ ਉਹ ਸਿੱਧੂਆਂ ਦੇ ਜਿਹੜੇ ਗੋਤ ਸੀ ਉਹਨਾਂ 'ਚ ਗਾਂ ਮੂਹੀਆਂ ਹੁੰਦੀਆਂ ਤੇ ਮੈਂ ਉਹਦੇ ਤੇ ਰਿਸਰਚ ਕੀਤੀ, ਪੜ੍ਹਿਆ ਤੇ ਮੈਨੂੰ ਤਕਰੀਬਨ ਛੋਟੀ ਜਿਹੀ ਉਮਰ 'ਚ ਹੀ 10-12 ਸਾਲ ਦੀ ਉਮਰ ਦੇ ਵਿੱਚ ਹੀ ਮੈਂ ਆਪਦੇ ਨਾਂ ਨਾਲ, ਸਾਡਾ ਜ਼ਿਆਦਾ ਪਰਿਵਾਰ ਸਿੱਧੂ ਲਿਖਦਾ ਸੀ ਤੇ ਮੈਂ ਬਰਾੜ ਲਿਖਣਾ ਸ਼ੁਰੂ ਕਰ ਦਿੱਤਾ। ਅੱਛਾ। ਤੇ ਬਸ ਉੱਥੋਂ ਮਿੰਟੂ ਬਰਾੜ ਮੈਨੂੰ ਆਪਦੇ ਆਪ ਨੂੰ ਇੰਜ ਲੱਗਿਆ ਵੀ ਖਾਸ ਨਾਂ, ਪਰ ਇਹ ਨਾਂ ਕਈ ਵਾਰੀ ਮੈਨੂੰ ਬੜੀ ਤਕਲੀਫ ਦਿੰਦਾ ਕਿਉਂਕਿ ਇਹ ਨਾਂ ਮੈਨੂੰ ਡਿਸਕ੍ਰਾਈਬ ਨਹੀਂ ਕਰਦਾ ਸਹੀ ਮਾਇਨੇ 'ਚ। ਜੇ ਦੇਖੋ ਮੇਰਾ ਜਿਹੜਾ ਇੱਕ ਆਪਣਾ ਕਹਿ ਸਕਦੇ ਆ ਜਿਹੜੀ ਕਰੈਕਟਰ ਆ ਉਹ ਇਸ ਨਾਂ ਨਾਲ ਕਿਤੇ ਢੁਕਦਾ ਨਹੀਂ। ਲੋਕ ਮੈਨੂੰ, ਮੈਂ ਜਾ ਕੇ ਕਈ ਵਾਰੀ ਆਪਦਾ ਦੱਸਦਾ ਵੀ ਅੰਦਰ ਦੱਸਿਓ ਜੀ ਮਿੰਟੂ ਆਇਆ ਤਾਂ ਉਹ ਮੈਨੂੰ ਬੱਚਾ ਸਮਝ ਲੈਂਦੇ ਆ ਜਾਂ ਕੋਈ ਇਦਾਂ ਸਮਝ ਕੇ ਕਈ ਵਾਰੀ ਫਿਰ ਮੈਨੂੰ ਉਹ ਜਿਹਾ ਬਿਹੇਵ ਨਹੀਂ ਕਰਦੇ। ਤੇ ਕਈ ਵਾਰ ਜੇ ਮੈਨੂੰ ਕੋਈ ਬੰਦਾ ਮੇਰੀਆਂ ਗੱਲਾਂ ਸੁਣਦਾ ਜਾਂ ਹੋਰ ਕਰਦਾ ਤਾਂ ਉਦੋਂ ਉਹ ਕਹਿੰਦਾ ਵੀ ਇਹ ਮਿੰਟੂ ਨਹੀਂ ਬੋਲ ਸਕਦਾ, ਮਿੰਟੂ ਦੇ ਤਾਂ ਇੰਨੀ ਗਿਆਨ ਨਹੀਂ ਹੋ ਸਕਦਾ, ਕਿਸੇ ਨੂੰ ਐਡੀ ਗੱਲ ਨਹੀਂ ਪਤਾ ਹੋ ਸਕਦੀ, ਗਿਆਨ ਤਾਂ ਹਜੇ ਮੈਨੂੰ ਵੀ ਨਹੀਂ, ਪਰ ਫਿਰ ਵੀ ਉਹ ਕਿਤੇ ਨਾ ਕਿਤੇ ਉਹ ਪ੍ਰੋਪਰ ਡਿਸਕ੍ਰਾਈਬ ਨਹੀਂ ਕਰਦਾ। ਮੇਰਾ ਜੀ ਕਰਦਾ ਵੀ ਮੈਂ ਵੀ ਵੱਡਾ ਸਾਰਾ ਹੈਵੀ ਜਿਹਾ ਨਾਂ ਰੱਖਾਂ, ਪਰ ਗੁਰਸ਼ਮਿੰਦਰ ਸਿੰਘ ਵੀ ਨਾਂ ਚੰਗਾ। ਪਰ ਹੁਣ ਜਦੋਂ ਇੱਕ ਚੀਜ਼ ਨਾਲ ਤੁਸੀਂ ਅੱਗੇ ਤੁਰ ਚੁੱਕੇ ਹੋ, ਇੱਕ ਇਹ ਜਿਹਾ ਜਹਾਜ਼ ਆਏ ਨਾ ਜਿਹਤੇ ਚੜ੍ਹ ਕੇ ਤੁਸੀਂ ਜੇ ਉੱਡ ਚੁੱਕੇ ਤਾਂ ਉਹਨੂੰ ਛਾਲ ਨਹੀਂ ਮਾਰ ਸਕਦੇ। ਬਿਲਕੁਲ। ਤੇ ਹੁਣ ਮਿੰਟੂ ਬਰਾੜ ਦੇ ਨਾਲ ਹੀ ਜਾਊਗਾ ਚਾਹੇ ਚਿੱਟੀ ਦਾੜੀ ਹੋ ਜੇ। ਦੇਖੋ, ਗੱਲ ਇਹ ਹੈ ਕਿ ਜਿਹੜੀ ਲਿਆਕਤ ਆ, ਜਿਹੜੀ ਤਾਲੀਮ ਆ ਤੁਹਾਡੀ, ਜਿਹੜੀ ਤੁਹਾਡੀ ਹਲੀਮੀ ਆ ਔਰ ਇਹ ਜੋ ਤੁਹਾਡੀ ਕਾਬਲੀਅਤ ਆ, ਇਹ ਨਾਮ ਦੀਆਂ ਹੱਦਾਂ ਸਰਹੱਦਾਂ ਜਿਹੜੀਆਂ ਪਾਰ ਕਰ ਗਈ ਹੈ। ਅੱਜ ਮਿੰਟੂ ਬਰਾੜ ਸਾਨੂੰ ਵੀ ਸੁਣਨ ਦੇ ਵਿੱਚ ਵੱਡਾ ਲੱਗਦਾ ਹੈ ਔਰ ਕਿਉਂਕਿ ਉਹ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਅੱਜ ਕੁਝ ਮੁਕਾਮ ਹਾਸਲ ਕੀਤਾ ਤਾਂ ਹੀ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਹੇ ਕਿ ਤੁਹਾਡੇ ਕੋਲੋਂ ਵੀ ਬਹੁਤ ਕੁਝ ਸਿੱਖਾਂਗੇ। ਔਰ ਜੇਕਰ ਗੱਲ ਕਰੀਏ ਕਿ ਕਲਮ ਜਿਹੜੀ ਹੈ, ਵੈਸੇ ਤੇ ਜਵਾਕ ਜਦੋਂ ਸਕੂਲੇ ਜਾਂਦੇ ਨੇ ਉਦੋਂ ਹੀ ਹੱਥਾਂ ਦੇ ਵਿੱਚ ਉਹਨਾਂ ਦੇ ਪੈਨਸਲਾਂ ਆ ਜਾਂਦੀਆਂ, ਪਰ ਉਹ ਊੜਾ ਐੜਾ ਲਿਖਦੀਆਂ ਰਹਿੰਦੀਆਂ, ਫਿਰ ਆਪਣਾ ਨਾਮ ਲਿਖਦੀਆਂ, ਫਿਰ ਹੋਰ ਬਹੁਤ ਕੁਝ। ਪਰ ਕਲਮ ਦੇ ਨਾਲ ਲਿਖਣਾ ਜਿਹੜਾ ਉਹ ਤੁਸੀਂ ਕਦੋਂ ਸ਼ੁਰੂ ਕੀਤਾ? ਕਈ ਵਾਰੀ ਨਾ
ਸੰਗਤ ਬਹੁਤ ਵੱਡੀ ਚੀਜ਼ ਆ। ਅਸੀਂ ਅਕਸਰ ਧਾਰਮਿਕ ਲੈਵਲ ਤੇ ਤਾਂ ਗੱਲ ਕਰਦੇ ਹਾਂ ਵੀ ਸੰਗਤ ਕਰਿਆ ਕਰੋ, ਤੇ ਮੇਰਾ ਨਿੱਜੀ ਜੀਵਨ 'ਚ ਵੀ ਮੇਰਾ ਮੰਨਣਾ ਵੀ ਜਿਹੋ ਜੀ ਸੰਗਤ 'ਚ ਤੁਸੀਂ ਰਹਿੰਦੇ ਹੋ ਉਹੋ ਜੀ ਰੰਗਤ ਤੁਹਾਨੂੰ ਹੋ ਜਾਂਦੀ ਆ। ਸੋ ਮੈਨੂੰ ਵੀ ਬਚਪਨ ਦੇ ਵਿੱਚ ਹਰੇਕ ਇੱਕ ਜਦੋਂ ਨੌਜਵਾਨ ਉੱਠਦਾ ਜਵਾਨੀ ਨੂੰ ਆਉਂਦਾ ਤੇ ਉਹਨੂੰ ਨਾ ਕਵਿਤਾ ਚੰਗੀ ਲੱਗਦੀ ਆ, ਉਹਨੂੰ ਗਾਣੇ ਚੰਗੇ ਲੱਗਦੇ ਆ, ਜਿਹੀਆਂ ਗੱਲਾਂ ਚੰਗੀਆਂ ਲੱਗਦੀਆਂ, ਤਾਂ ਮੇਰੇ ਆਲੇ ਦੁਆਲੇ ਵੀ ਇੱਕ ਸੰਗਤ ਜੁੜੀ, ਇਹੋ ਜਿਹੇ ਸੱਜਣ ਮਿੱਤਰ ਜੁੜੇ ਜਿਹੜੇ ਕਿ ਲਿਖਦੇ ਬੋਲਦੇ ਸਨ, ਜਿਨ੍ਹਾਂ 'ਚੋਂ ਖਾਸ ਕਰਕੇ ਮੇਰੇ ਇੱਕ ਕਜ਼ਨ ਸਨ ਖੁਸ਼ਦੀਪ ਸਿੰਘ ਚੱਠਾ, ਉਹਨਾਂ ਨੂੰ ਉਹ ਚੰਗਾ ਲਿਖਦੇ ਸਨ। ਉਹਨਾਂ ਕੋਲੇ ਹਰਦੇਵ ਮਾਹੀ ਨੰਗਲ ਅੱਜ ਕੱਲ੍ਹ ਕਾਫੀ ਫੇਮਸ ਰਹੇ ਕਲਾਕਾਰ, ਉਹ ਬਹੁਤ ਸਾਰੇ ਹੋਰ ਨਾਮ ਮੈਂ ਗਿਣਾ ਸਕਦਾ, ਉਹ ਇਕੱਠੇ ਬਹਿੰਦੇ ਉੱਠਦੇ, ਤੇ ਮੈਂ ਉਹਨਾਂ ਦੀ ਦੇਖਾ ਦੇਖੀ ਲੱਗਦਾ ਵੀ ਮੈਂ ਕਿਉਂ ਨਹੀਂ ਲਿਖ ਸਕਦਾ ਤੇ ਮੈਨੂੰ ਵੀ ਲਿਖਣਾ ਚਾਹੀਦਾ। ਤੇ ਮੈਂ ਉਹਦੇ ਇਸੇ ਦੌਰਾਨ ਸਮੇਂ ਦੌਰਾਨ ਭੁਪਿੰਦਰ ਪੰਨੀਵਾਲੀਆ ਬਹੁਤ ਪੁਰਾਣੇ ਨਾਂ ਜੀ, ਜਿਨ੍ਹਾਂ ਨੇ 40-45 ਸਾਲ ਤੋਂ ਇਸ ਕਿਰਿਆ 'ਚ, ਉਹ ਮੇਰੇ ਆ ਕੇ ਮੇਰੇ ਕੋਲ ਰਹਿਣ ਲੱਗ ਗਏ, ਮੇਰੇ ਗੁਆਂਢੀ ਹੋ ਗਏ, ਤੇ ਉਹਨਾਂ ਨੇ ਇੱਕ ਅਖਬਾਰ ਸ਼ੁਰੂ ਕਰ ਲਿਆ ਉਸ ਟਾਈਮ, ਮੁਖਪਾਲ ਨਾਂ ਦਾ। ਤੇ ਉਹ ਮੈਨੂੰ ਕਹਿੰਦੇ ਯਾਰ ਤੁਸੀਂ ਲਿਖ ਸਕਦੇ ਹੋ, ਲਿਖੋ, ਤੁਹਾਡੇ ਕੋਲੇ ਵਿਊ ਆ। ਤੇ ਮੈਂ ਬੜੀ ਛੋਟੀ ਜਿਹੀ ਉਮਰ 'ਚ ਇੱਕ ਕਹਾਣੀ ਲਿਖੀ ਫਰਕ, ਤੇ ਉਹਨਾਂ ਨੇ ਛਾਪੀ। ਉਹ ਜਦੋਂ ਕਹਾਣੀ ਛਪੀ ਤੇ ਬੰਦਾ ਦੇਖਦਾ ਹੀ ਆ, ਚਾਅ ਮੰਨਦਾ ਅਖਬਾਰ 'ਚ ਛਪੀ ਕਹਾਣੀ ਨੂੰ, ਤਾਂ ਬਸ ਫਿਰ ਚੱਲ ਹੋ ਗਿਆ ਜੀ। ਬਿਲਕੁਲ ਜੀ, ਜਦੋਂ ਕਿਸੇ ਅਖਬਾਰ ਦੇ ਵਿੱਚ ਕਿਸੇ ਲੇਖਕ ਦੀ ਕੋਈ ਕਹਾਣੀ, ਕਵਿਤਾ ਜਾਂ ਕੁਝ ਵੀ ਛਪਦਾ ਤਾਂ ਉਸ ਵੇਲੇ ਉਹਨੂੰ ਇੰਝ ਲੱਗਦਾ ਕਿ ਜਿਵੇਂ ਆਪਣੇ ਵਿਆਹ ਦਾ ਕਾਰਡ ਪੜ੍ਹ ਰਿਹਾ ਹੋਵੇ, ਚਾਅ ਹੁੰਦਾ। ਤੇ ਇਕੱਲੀਆਂ ਕਹਾਣੀਆਂ ਲਿਖੀਆਂ ਜਾਂ ਫਿਰ ਕੋਈ ਹੋਰ ਵੀ ਵਿਧਾ ਤੇ ਹੱਥ ਅਜ਼ਮਾਇਆ? ਅਸਲ 'ਚ ਤਾਂ ਇਹ ਗੱਲ ਆ ਵੀ ਕਹਾਣੀ ਮੇਰੀ ਉਹ ਇੱਕੋ ਹੀ ਹੋ ਨਿਬੜੀ, ਮੈਂ ਮੁੜ ਕੇ ਕਹਾਣੀ ਲਿਖੀ ਨਹੀਂ। ਅੱਛਾ। ਨਾ, ਕਵਿਤਾ ਮੇਰੀ ਪਕੜ 'ਚ ਨਹੀਂ ਆਈ। ਮੈਂ ਉਹ ਕਵਿਤਾ ਤਾਂ ਲਿਖੀ ਜਿਹੜੀ ਅਕਸਰ ਮੈਂ ਕਈ ਥਾਂ ਤੇ ਸੁਣਾਉਣਾ ਉਹਨਾਂ, ਸਾਡੇ ਗਿਆਨੀ ਸੰਤੋਖ ਸਿੰਘ ਕਹਿੰਦੇ ਹੁੰਦੇ ਆ ਵੀ ਮੈਂ ਤਾਂ ਉਹ ਕਵਿਤਾ ਲਿਖਦਾ ਵੀ ਉਹ ਕੁੜੀਓ ਪਾਣੀ ਭਰਿੰਦੀਓ ਕੁੜੀਓ ਨਹੀਂ, ਤੁਹਾਡੇ ਕੱਪੜੇ ਬੜੇ ਪਤਲੇ ਨੇ, ਭਾਜੋ ਘਰ ਨੂੰ ਤੁਹਾਨੂੰ ਠੰਡ ਲੱਗ ਜੂਗੀ, ਵੀ ਐਦਾਂ ਦੀ ਕਵਿਤਾ ਵਾਲਾ ਹੀ ਆ ਮੈਂ। ਇਦੋਂ ਵੱਧ ਕੇ ਮੈਨੂੰ ਕੋਈ ਨਹੀਂ ਪਤਾ ਵੀ ਕਵਿਤਾ ਕੀ ਚੀਜ਼ ਹੁੰਦੀ ਆ, ਉਹ ਮੇਰੀ ਪਕੜ 'ਚ ਨਹੀਂ ਆਈ। ਤੇ ਮੈਂ ਵਾਰਤਕ ਲਿਖੀ ਆ। ਵਾਰਤਕ ਦੇ ਵਿੱਚ ਵੀ ਮੈਂ ਹੱਡ ਬੀਤੀਆਂ, ਜਾਂ ਮੈਨੂੰ ਅੱਜ ਵੀ ਆਪਣੇ ਆਪ ਨੂੰ ਜਿਹੜੀਆਂ ਬਾਇਓਗ੍ਰਾਫੀਜ਼ ਆ, ਆਟੋਬਾਇਓਗ੍ਰਾਫੀਜ਼ ਆ, ਉਹ ਪਾਉਂਦੀਆਂ, ਤੇ ਮੈਂ ਕੋਸ਼ਿਸ਼ ਕੀਤੀ ਵੀ ਜਿਹੜੇ ਕਰੰਟ ਟੌਪਿਕਸ ਆ ਜਾਂ ਕਿਤੇ ਕੋਈ ਸੱਚ ਆ, ਮੈਨੂੰ ਕਹਾਣੀ ਇਦਾਂ ਲੱਗਦਾ ਵੀ ਉਹ ਇੱਕ ਦਿਮਾਗ ਦੀ ਉਪਜ ਆ, ਨਾ ਕਿ ਕੁਝ ਸੱਚ ਨਹੀਂ ਹੈ। ਜਿਹੜਾ ਸੱਚ ਨਹੀਂ ਉਹਦੀ ਲੰਮੀ ਉਮਰ ਨਹੀਂ ਹੁੰਦੀ, ਸੱਚ ਦੀ ਉਮਰ ਲੰਮੀ ਹੁੰਦੀ ਹੈ। ਸੋ ਇਸ ਕਰਕੇ ਕਹਾਣੀ ਤਾਂ ਮੇਰੀ ਇੱਕ ਅੱਧੀ ਹੋ ਨਿਬੜੀ ਹੋ, ਬਾਕੀ ਤਾਂ ਸਾਰਾ ਫਿਰ ਇਹੀ ਵਾਰਤਕ ਹੀ ਜੀ। ਔਰ ਜੇਕਰ ਅਸੀਂ ਗੱਲ ਕਰੀਏ ਕਿ ਹਰਿਆਣੇ ਦੀ ਕਾਲਿਆਂ ਵਾਲੀ ਮੰਡੀ, ਔਰ ਉਸ ਮੰਡੀ ਦੇ ਵਿੱਚ ਇੱਕ ਨਿੱਕਾ ਜਿਹਾ ਪਿੰਡ ਆ ਦੇਸੂ ਮਲਕਾਣਾ, ਔਰ ਦੇਸੂ ਮਲਕਾਣੇ ਤੋਂ ਉੱਠ ਕੇ ਆਸਟ੍ਰੇਲੀਆ ਨੂੰ ਜਾਣਾ ਜੀ, ਇਹ ਸਬਬ ਕਿੱਦਾਂ, ਕਿਉਂ ਬਣਿਆ? ਦੇਖੋ, ਸ਼ੁਰੂ 'ਚ ਮੈਂ ਬੜਾ ਇੱਕ ਪੱਕੇ ਇਰਾਦੇ ਵਾਲਾ ਬੰਦਾ ਸੀ ਵੀ ਮੈਂ ਦੇਸ਼ ਨਹੀਂ ਛੱਡਣਾਗਾ, ਮੈਂ ਕਦੇ ਨਹੀਂ ਛੱਡਾਂਗਾ। ਮੇਰੇ ਨਾਲ ਦਾ ਕੁੜਮ ਕਬੀਲਾ 90 ਦੇ ਵਿੱਚ ਚਲਾ ਗਿਆ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਤੁਸੀਂ ਵੀ ਜਾਓ ਤੇ ਤੁਹਾਡੇ ਮਾਂ ਪਿਓ ਨੂੰ ਵੀ ਮੈਂ ਸਾਂਭੂਗਾ। ਅੱਛਾ, ਇਹ ਮੇਰਾ ਉਦੋਂ ਡਾਇਲੌਗ ਸੀਗਾ। ਤੇ ਪਰ ਸਮਾਂ ਇੱਕ ਇਹੋ ਜਿਹੀ ਚੀਜ਼ ਆ ਵੀ ਤੁਹਾਡੇ ਤੋਂ ਪਤਾ ਨਹੀਂ ਕੀ ਕਰਾ ਦੇ, ਕਿੱਧਰ ਨੂੰ ਲੈ ਜੇ। ਸੋ ਇਸੇ ਦੌਰਾਨ ਮੇਰਾ ਬੇਟਾ ਜਿਹੜਾ ਉਦੋਂ ਉਸ ਟਾਈਮ 8ਵੀਂ 9ਵੀਂ ਸੀ, ਉਹਨੇ ਵੀ ਇੱਛਾ ਜ਼ਾਹਿਰ ਕੀਤੀ ਵੀ ਮੈਂ ਵੀ ਜਾ ਕੇ ਵੱਡਾ ਹੋ ਕੇ ਪੜ੍ਹੂੰਗਾ। ਤਾਂ ਮੈਨੂੰ ਇਹ ਲੱਗਿਆ ਵੀ ਬੱਚਾ ਜਾਊਗਾ ਇਕੱਲਾ ਬਾਅਦ 'ਚ, ਤੇ ਕਿਉਂ ਨਾ ਆਪਾਂ ਟਰਾਈ ਕਰੀਏ। ਉਸ ਟਰਾਈ ਦੌਰਾਨ ਉਸ ਟਾਈਮ ਦੇ ਵਿੱਚ ਸੁਖਾਲਾ ਕੰਮ ਇਹ ਸੀ ਵੀ ਡਾਇਰੈਕਟ PR ਮਿਲਦੀ ਸੀ। ਅੱਛਾ। ਤੇ ਮੈਨੂੰ ਡਾਇਰੈਕਟ PR ਮਿਲ ਗਈ ਐਜ਼ ਏ ਆਟੋ ਮਕੈਨਿਕ ਦੇ ਤੌਰ ਤੇ, ਜਿਹੜੀ ਕਿ ਮੇਰੀ ਪੜ੍ਹਾਈ ਵੀ ਸੀ ਉਸ ਲਾਈਨ 'ਚ, ਤੇ ਮੈਂ ਐਕਸਪੀਰੀਅੰਸ ਸੀ, ਤੇ ਮੈਨੂੰ ਸ਼ੌਕ ਵੀ ਸੀਗਾ। ਤੇ ਮੈਨੂੰ ਡਾਇਰੈਕਟ ਹੀ ਵਿਦ ਫੈਮਿਲੀ 2007 ਦੇ ਵਿੱਚ PR ਮਿਲ ਗਈ। ਤੇ ਸੰਯੋਗ ਇਹ ਬਣਿਆ ਵੀ 5, 6, 7 5 ਤਰੀਕ ਸੀ, 6ਵਾਂ ਮਹੀਨਾ ਸੀ, 7ਵਾਂ ਸਾਲ ਸੀ, ਮੈਂ ਆਸਟ੍ਰੇਲੀਆ ਦੀ ਧਰਤੀ ਜਾ ਪਹੁੰਚਿਆ ਜੀ। ਤੇ ਜਦੋਂ ਆਸਟ੍ਰੇਲੀਆ ਦੀ ਧਰਤੀ ਤੇ ਜਾ ਕੇ ਇੱਕ ਕਿਸਾਨ ਦੇ ਸਿੱਧੇ ਸਾਦੇ ਪੁੱਤ ਨੇ ਜਦੋਂ ਉਸ ਆਸਟ੍ਰੇਲੀਆ ਦੀ ਧਰਤੀ ਤੇ ਚਕਾਚੌਂਦ ਵਾਲੇ ਸ਼ਹਿਰ ਦੇ ਵਿੱਚ ਪੈਰ ਰੱਖਿਆ, ਤਾਂ ਦਿਲ ਦੇ ਵਿੱਚ ਕੀ ਚੜ੍ਹਦੀਆਂ ਉਤਰਦੀਆਂ ਸੀ? ਦੇਖੋ, ਮੈਂ ਜਦੋਂ ਆਸਟ੍ਰੇਲੀਆ ਨੂੰ ਗਿਆ, ਉਸ ਤੋਂ ਪਿਛਲੇ 5-7 ਸਾਲ ਮੈਂ ਇੱਕ ਮੇਰੇ ਸਿਸਟਰ ਹੋਰਾਂ ਨਾਲ ਰਲ ਕੇ ਇੱਕ ਗੈਸ ਤੇ ਪੈਟਰੋਲ ਦੇ ਬਿਜ਼ਨਸ 'ਚ ਸੀਗਾ। ਤੇ ਉੱਥੇ ਜਦੋਂ ਬੰਦਾ ਕੰਮ ਕਰਦਾ ਨਾ, ਖਾਸ ਕਰਕੇ ਗੈਸ ਏਜੰਸੀ 'ਚ, ਤੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ, ਕਿਉਂਕਿ ਇੱਕ ਸਿਲੰਡਰ ਲਈ ਮਿਹਨਤ ਕਢਾਉਣੀ, ਹੋਰ ਕਰਾਉਣੀ, VIP ਕਲਚਰ। ਅਸੀਂ ਇੱਥੋਂ ਤੱਕ ਸੀ ਸਟਾਫ ਨੂੰ ਕਹਿ ਦੇਣਾ ਵੀ DSP ਲੈਵਲ ਤੋਂ ਥੱਲੇ ਤਾਂ ਅੰਦਰ ਨਾ ਭੇਜਿਓ। ਬੜਾ ਗਲਤ ਕਲਚਰ ਸੀ, ਮੈਂ ਮੰਨਦਾ ਅੱਜ ਇਸ ਟਾਈਮ ਨੂੰ। ਉਹ ਜਿਹੇ ਕਲਚਰ 'ਚੋਂ ਨਿਕਲਿਆ ਸੀ। ਤੇ ਜਾਣਸਾਰ ਜਦੋਂ ਮੈਂ ਆਸਟ੍ਰੇਲੀਆ ਪਹੁੰਚਿਆ, ਤਾਂ ਉੱਥੇ ਸਿੱਧੀ ਇੱਕ ਗੱਲ ਸੀ ਵੀ ਹੱਡ ਭੰਨਵੀਂ ਮਿਹਨਤ। ਤੇ ਮੈਨੂੰ ਪਹਿਲੇ ਦਿਨ ਤੋਂ ਇਹ ਅਹਿਸਾਸ ਕਰਾਇਆ ਗਿਆ ਵੀ ਲਓ ਜੀ, ਇੱਕ ਬੈਗ ਹੁੰਦਾ ਸੰਤਰੇ ਤੋੜਨ ਵਾਲਾ, ਇਹ ਤੁਹਾਨੂੰ ਗਲ 'ਚ ਪਾਉਣਾ ਹੀ ਪੈਣਾ ਇੱਥੇ ਆ ਗਏ ਤਾਂ। ਤੇ ਉਹ ਬੜਾ ਅਜੀਬ ਸੰਯੋਗ ਸੀ। ਮੈਂ ਆਪਣੀ ਕੈਂਗਰੂਨਾਮਾ ਬੁੱਕ ਆਉਣ ਵਾਲੀ 'ਚ ਵੀ ਇਹ ਸਾਰਾ ਕਰਿਆ। ਤੇ ਉਸ ਅਜੀਬ ਸੰਯੋਗ ਦੇ ਤਹਿਤ ਮੈਂ ਜੇ ਤਾਂ ਉਦੋਂ ਬੈਗ ਨੂੰ ਗਲ 'ਚ ਪਾ ਲੈਂਦਾ ਤੇ ਸਮਝੌਤਾ ਕਰ ਲੈਂਦਾ, ਤਾਂ ਸ਼ਾਇਦ ਅੱਜ ਤੱਕ ਮੇਰੇ ਉਹ ਬੈਗ ਹੁੰਦਾ ਗਲ 'ਚ। ਇਹ ਮੈਂ ਦੇਖਿਆ ਉੱਥੇ ਅਕਸਰ, ਜੇ ਕੋਈ ਸਮਝੌਤਾ ਕਰਕੇ ਟੈਕਸੀ ਤੇ ਬਹਿ ਗਿਆ ਤਾਂ ਉਹ ਅੱਜ 15 ਸਾਲ 20 ਸਾਲ ਬਾਅਦ ਟੈਕਸੀ ਚਲਾਈ ਜਾਂਦਾ। ਕੋਈ ਬੁਰਾ ਨਹੀਂ, ਕੰਮ ਸਾਰੇ ਆ, ਪਰ ਉੱਥੇ ਬੰਦਾ ਕੰਫਰਟੇਬਲ ਜ਼ੋਨ 'ਚ ਚਲਾ ਜਾਂਦਾ। ਉਹਨੂੰ ਐਂ ਲੱਗਦਾ ਵੀ ਬਣਨੇ ਤਾਂ ਪੈਸੇ ਆ ਨਾ,
ਪੈਸੇ ਟੈਕਸੀ 'ਚ ਬਣੀ ਜਾਂਦੇ ਆ, ਪੈਸੇ ਸੰਤਰੇ ਤੋੜ ਕੇ ਬਣੀ ਜਾਂਦੇ, ਕਿਉਂ ਨਾ। ਪਰ ਮੈਨੂੰ ਇਹ ਲੱਗਿਆ ਵੀ ਜੇ ਸੰਤਰੇ ਤੋੜਨੇ ਹੁੰਦੇ, ਮੇਰਾ ਇੱਕ ਪੈਟ ਡਾਇਲੌਗ ਸੀ, ਕਿਉਂਕਿ ਅਸੀਂ ਇੱਥੇ ਵੀ ਬਾਗਬਾਨ ਸੀ, ਤਾਂ ਮੈਂ ਆਪਦੇ ਦਾਦੇ ਦੇ ਬਾਗ 'ਚ ਤੋੜਦਾ। ਮੈਂ ਆਸਟ੍ਰੇਲੀਆ ਚੰਗੇ ਭਵਿੱਖ ਲਈ ਆਇਆ, ਮੈਨੂੰ ਕੁਝ ਚੰਗਾ ਕਰਨਾ ਪੈਣਾ, ਤੇ ਮੈਂ ਉਹਦੇ ਲਈ ਫਿਰ ਮਿਹਨਤ ਕੀਤੀ। ਮੈਂ ਉੱਥੇ ਜਾ ਕੇ ਪੜ੍ਹਾਈ ਸ਼ੁਰੂ ਕੀਤੀ, ਜਿਹਦੀ ਮੈਨੂੰ ਲੋੜ ਨਹੀਂ ਸੀ, ਮੈਂ ਸਟੱਡੀ ਵੀਜ਼ੇ ਤੇ ਨਹੀਂ ਸੀ, ਪਰ ਮੈਂ ਫਿਰ ਪੜ੍ਹਾਈ ਸ਼ੁਰੂ ਕੀਤੀ। ਉਸ ਦੌਰਾਨ ਮੈਂ ਨਿੱਕੇ ਨਿੱਕੇ ਕਰਕੇ ਨਾ, ਹੁਣ ਤੱਕ ਜੇ ਗਿਣਦਾ ਤਾਂ 43 ਦੇ ਕਰੀਬ ਸਰਟੀਫਿਕੇਟ ਹਾਸਲ ਕੀਤੇ। ਨਿੱਕੇ ਨਿੱਕੇ ਹੁੰਦੇ ਆ ਉਹ, ਕਈ ਵਾਰ ਤਾਂ ਕੋਈ 2 ਦਿਨਾਂ ਦਾ, 3 ਦਿਨਾਂ, ਕਈ ਘੰਟਿਆਂ ਦੇ ਕੋਰਸ ਹੁੰਦੇ ਆ, ਪਰ ਮੈਂ ਲੱਗਿਆ ਰਿਹਾ ਤੇ ਉਹਨੇ ਫਿਰ ਮੈਨੂੰ ਇੱਕ ਸਕਿਲਡ ਪਰਸਨ ਬਣਾਤਾ। ਤੇ ਮੈਨੂੰ ਸ਼ੁਰੂ 'ਚ ਵਾਈਨਰੀ 'ਚ ਇੱਕ ਜੌਬ ਮਿਲੀ, ਤਾਂ ਉਹ ਕੀਤੀ ਮੈਂ 2-3 ਸਾਲ। ਅਖੀਰ ਟੈਕਨੀਸ਼ੀਅਨ ਬਣ ਗਿਆ, ਕਿਉਂਕਿ ਮੇਰੇ ਆਟੋ ਵਾਲੇ ਪਾਸੇ ਇੰਟਰਸਟ ਸੀ। ਪਰ ਜਿਹੜੀ ਬਾਬੇ ਨਾਨਕ ਦਾ ਕੀਤਾ ਜਾਂ ਸਾਡੇ ਪਛਤੈਨੀ ਕੀਤਾ, ਉਹ ਸਦਾ ਹੀ ਮੋਹਦਾ ਸੀ। ਤੇ ਫਿਰ 2017 'ਚ ਜਾ ਕੇ ਮੈਂ ਇੱਕ ਛੋਟਾ ਜਿਹਾ ਸੰਤਰਿਆਂ ਦਾ ਫਾਰਮ ਲਿਆ, 13 ਕੁ ਕਿੱਲੇ ਸੀ, ਤੇ ਉਹ ਬਸ 13 ਬਾਬੇ ਨਾਨਕ ਦੀ 13 ਇਹੋ ਜਿਹੀ ਹੋਈ ਵੀ ਉਸ ਤੋਂ ਬਾਅਦ ਹੁਣ ਵੱਧਦੇ ਹੁਣ ਅੰਗੂਰਾਂ ਦੀ ਵੀ ਖੇਤੀ ਕਰ ਰਹੇ ਆ, ਮੋਟਰ ਇੰਡਸਟਰੀ 'ਚ ਵੀ ਆ, ਤੇ ਹੁਣ ਤਾਂ ਪ੍ਰਮਾਤਮਾ ਨੇ ਸਾਰੇ ਕਿਰਪਾ ਆ। ਤੇ ਇਹ ਇੱਕ ਜਿਹੜੀ ਗੱਲ ਹੈ ਕਿ ਜੇ ਸੰਤਰਿਆਂ ਦਾ ਬੈਗ ਜਿਹੜਾ ਉਹ ਗਲ ਦੇ ਵਿੱਚ ਪਾ ਲਿਆ ਤੇ ਫਿਰ ਸਾਰੀ ਉਮਰ ਸੰਤਰੇ ਤੋੜਦੇ ਰਹਿ ਜਾਾਂਗੇ। ਤੇ ਜੇ ਸੰਤਰੇ ਤੋੜਨੇ ਸੀ ਤਾਂ ਫਿਰ ਆਪਣੇ ਬਾਗਾਂ ਦੇ ਵਿੱਚ ਆਪਣੇ ਇੰਡੀਆ ਰਹਿ ਕੇ ਵੀ ਤੋੜ ਸਕਦੇ ਸੀ। ਪਰ ਇਹ ਜਿਹੜੀ ਫਿਰ ਲਗਾਤਾਰ ਮਿਹਨਤ, ਲਗਾਤਾਰ ਪੜ੍ਹਾਈ, ਲਗਾਤਾਰ ਤੁਸੀਂ ਸਰਟੀਫਿਕੇਟ ਇਕੱਠੇ ਕੀਤੇ, ਮੁਹਾਰਤ ਹਾਸਲ ਕੀਤੀ, ਔਰ ਇੱਕ ਇਹ ਵੀ ਉੱਧਰ ਰੁਝਾਨ ਹੈ ਨਾ ਕਿ ਉੱਧਰ ਲੋਕ ਕੰਮ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੰਗ ਨਹੀਂ ਕਰਦੇ, ਵੀ ਜਿਹੜਾ ਵੀ ਕੰਮ ਮਿਲਦਾ ਕਰ ਲੈਂਦੇ ਆ। ਉਹ ਜਿਹੜੀ ਭਾਵਨਾ ਉਹ ਸਾਡੇ ਇੱਧਰ ਨਹੀਂ ਆ ਸਕਦੀ ਨੌਜਵਾਨਾਂ ਦੇ ਵਿੱਚ? ਆ ਰਹੀ ਆ, ਮੈਂ ਨੋਟ ਕੀਤੀ ਹੈ ਜੀ ਗੱਲ। ਅਸੀਂ ਅਕਸਰ ਕਹਿੰਦੇ ਆ ਵੀ ਵੈਸਟਰਨ ਕਲਚਰ ਦੇ ਵਿੱਚੋਂ ਅਸੀਂ ਬਹੁਤ ਕੁਝ ਅਡਾਪਟ ਕੀਤਾ, ਪਰ ਅਸੀਂ ਨੋਟ ਕਰਦੇ ਹਾਂ ਇਕੱਲੇ ਪਹਿਨਣ ਨੂੰ, ਖਾਣ ਪੀਣ ਨੂੰ। ਪਰ ਅੱਜ ਤੁਸੀਂ ਨੋਟ ਕਰਕੇ ਦੇਖੋ, ਬਹੁਤ ਸਾਰੇ ਜਿਹੜੇ ਚੰਗੇ ਬੱਚੇ ਆ ਉਹ ਪੜ੍ਹਾਈ ਦੇ ਨਾਲ ਕੰਮ ਕਰ ਰਹੇ ਆ। ਤੁਸੀਂ ਦੇਖੋ ਬਹੁਤ ਸਾਰੇ ਓਵਰ ਟਾਈਮ ਲਾ ਰਹੇ ਆ, ਉਹੀ ਕਲਚਰ ਆਉਂਦਾ ਜਾਂਦਾ। ਸੋ ਮੈਂ ਇੱਕ ਬਹੁਤ ਹੀ ਪੋਜ਼ਿਟਿਵ ਸੋਚ ਦਾ ਬੰਦਾ, ਮੈਨੂੰ ਨੈਗੇਟਿਵ ਗੱਲਾਂ ਕਦੇ ਆਪਦੇ ਵੱਲ ਨਹੀਂ ਖਿੱਚਦੀਆਂ। ਮੈਨੂੰ ਜਿਹੜਾ ਪੋਜ਼ਿਟਿਵ ਗੱਲਾਂ ਦਿਖਦੀਆਂ ਮੈਂ ਉਹਨਾਂ ਨੂੰ ਹੀ ਫੈਲਾਉਣ ਦੀ ਕੋਸ਼ਿਸ਼ ਕਰਦਾ। ਬਿਲਕੁਲ ਇੱਥੇ ਵੀ ਭਟਕੇ ਹੋਏ ਲੋਕ ਹੈਗੇ ਜਿਹੜੇ ਨਹੀਂ ਕਰਦੇ, ਪਰ ਉਹ ਅੱਜ ਸੋਸ਼ਲ ਮੀਡੀਆ ਜ਼ਰੀਏ ਆਸਟ੍ਰੇਲੀਆ ਦੀਆਂ ਗੱਲਾਂ ਇਕੱਲੇ ਇੱਕ ਬੰਦਾ ਸੁਣਾਉਣ ਦੀ ਲੋੜ ਨਹੀਂ, ਹੁਣ ਹਰ ਥਾਂ ਤੋਂ ਥਾਂ ਤੇ ਮਿਲ ਜਾਂਦੀਆਂ, ਤੇ ਉਹ ਸਾਰੇ ਜਾਗਰੂਕ ਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਬੱਚੇ ਉੱਥੇ ਜਾ ਕੇ ਕੀ ਕਰਦੇ ਆ, ਕਿ ਇੱਥੋਂ ਕਿੱਥੋਂ ਦੀ ਲੰਘਣਾ ਪੈਂਦਾ। ਸੋ ਉਮੀਦ ਆ ਵੀ ਆਉਣ ਵਾਲੇ 5 ਤੋਂ 10 ਸਾਲਾਂ ਦੇ ਵਿੱਚ ਤੁਸੀਂ ਉਹ ਚੀਜ਼ਾਂ ਇੱਥੇ ਪਾਓਗੇ ਜੀ। ਤੇ ਖੇਤੀ ਤੋਂ ਜਿਹੜਾ ਤੁਸੀਂ ਉੱਠ ਕੇ ਗਏ ਉੱਧਰ ਜਾ ਕੇ ਕੋਈ ਹੋਰ ਵੀ ਕੰਮ ਕੀਤਾ ਜਦੋਂ ਸਰਟੀਫਿਕੇਟ ਤੁਸੀਂ ਲੈ ਰਹੇ ਸੀ? ਕਿਉਂਕਿ ਬਹੁਤ ਸਾਰੇ ਕੰਮ ਕਰਨੇ ਹੀ ਪੈਂਦੇ ਸਾਨੂੰ ਸਾਰਿਆਂ ਨੂੰ। ਕੋਈ ਹੋਰ ਵੀ ਉੱਧਰ ਕੰਮ ਕੀਤੇ ਜਿਹੜਾ ਤੁਹਾਡੀ ਇੱਧਰੋਂ ਤੁਸੀਂ ਡਿਗਰੀ ਲੈ ਕੇ ਗਏ ਸੀ, ਕੋਈ ਮਕੈਨਿਕ ਦੀ, ਕੋਈ ਉੱਦਾਂ ਦੇ ਕੰਮ ਜਾਂ ਕੋਈ ਹੋਰ ਕੰਮ ਰਲਦੇ ਮਿਲਦੇ? ਦੇਖੋ ਬਿਲਕੁਲ ਜੀ, ਜਦੋਂ ਤੁਸੀਂ ਮਕੈਨੀਕਲ ਹੋ ਤਾਂ ਤੁਸੀਂ ਇੱਕ ਟੈਕਨੀਸ਼ੀਅਨ ਵੀ ਹੋ, ਇੱਕ ਤੁਸੀਂ ਇੰਜੀਨੀਅਰ ਵੀ ਹੋ। ਸੋ ਉਸ ਢੰਗ ਨਾਲ ਫਿਰ ਤੁਸੀਂ ਜੌਬ ਉੱਥੇ ਅਪਲਾਈ ਕਰਦੇ ਆ। ਫਿਰ ਇਸ ਦੌਰਾਨ ਮੈਂ ਪਹਿਲਾਂ ਵਾਈਨਰੀ 'ਚ ਐਜ਼ ਏ ਟੈਕਨੀਸ਼ੀਅਨ ਕੰਮ ਕੀਤਾ। 3 ਸਾਲਾਂ ਬਾਅਦ ਮੈਨੂੰ ਉਹ ਛੱਡਣਾ ਪਿਆ ਮਜਬੂਰਨ। ਹਾਲਾਂਕਿ ਵਾਈਨਰੀ ਬਹੁਤ ਦੁਖੀ ਸੀ ਮੇਰੇ ਜਾਣ ਤੇ, ਕਿਉਂਕਿ ਮੇਰੇ ਬੇਟੇ ਨੂੰ ਯੂਨੀ ਜਾਣਾ ਸੀ, ਤਾਂ ਉਹ ਐਡਲੇਡ ਦੇ ਵਿੱਚ ਸੀ 200 ਕਿਲੋਮੀਟਰ ਦੂਰ। ਤਾਂ ਮੈਂ ਇਕੱਲੇ ਬੇਟੇ ਨੂੰ ਨਹੀਂ ਭੇਜਣਾ ਚਾਹੁੰਦਾ ਸੀ, ਮੈਂ ਮੂਵ ਹੋ ਗਿਆ ਉੱਥੋਂ, ਐਡਲੇਡ ਚਲਾ ਗਿਆ। ਐਡਲੇਡ ਜਾ ਕੇ ਮੈਨੂੰ ਮੇਰੇ ਇੱਕ ਸਮਾਜ ਸੇਵਾ 'ਚੋਂ ਨਿਕਲੀ ਚੀਜ਼ ਨੇ ਮੈਨੂੰ ਬੜਾ ਬੈਨੀਫਿਟ ਕੀਤਾ। ਉੱਥੇ ਪੰਜਾਬੀ ਦੇ ਚੈਨਲ ਨਹੀਂ ਚੱਲਦੇ ਸੀਗੇ, 1-2 ਸੱਜਣ ਮਿੱਤਰ ਕੋਸ਼ਿਸ਼ ਕਰਦੇ ਸੀ ਚਲਾਉਣ ਦੇ, ਪਰ ਕੋਈ ਵੀ ਵੱਡੇ ਪੱਧਰ ਤੇ ਨਹੀਂ ਕਰ ਰਿਹਾ ਸੀ। ਮੈਂ ਆਪਦੇ ਸਕਿੱਲ ਨਾਲ ਉੱਥੇ ਸੈਟੇਲਾਈਟ ਦੀਆਂ ਵੱਡੀਆਂ ਡਿਸ਼ਾਂ ਲੋਕਾਂ ਨੂੰ ਸੇਵਾ ਕੀਤੀ, ਵੀ ਮੈਂ ਕਹਿੰਦਾ ਵੀ ਤੁਸੀਂ ਮੰਗਾ ਲਓ ਸੈੱਟ, ਮੈਂ ਕਰ ਦੂੰ। ਬਹੁਤ ਔਖੀ ਸੀ ਉੱਥੇ ਕਰਨਾ। ਤੇ ਮੈਂ ਹਰ ਵੀਕਐਂਡ ਤੇ 1-2 ਘਰੇ ਚੈਨਲ ਚਲਾਇਆ ਹੁੰਦਾ। ਮੇਰਾ ਇਹ ਮੰਨਣਾ ਹੁੰਦਾ ਸੀ ਵੀ ਕੋਈ ਤਾਂ ਬੰਦਾ ਊੜੇ ਨਾਲ ਜੁੜੂ, ਕੋਈ ਤਾਂ ਪੰਜਾਬੀ ਇੱਥੇ ਘਰਾਂ 'ਚ ਚੱਲੂਗੀ, ਕੀਰਤਨ ਚੱਲੂਗਾ। ਉਹ ਜਦੋਂ ਕਰਦੇ ਕਰਾਉਂਦੇ ਇੱਕ ਦਿਨ ਕਿਤੇ ਮੈਨੂੰ ਕੋਈ ਗੋਰੇ ਨੇ ਦੇਖ ਲਿਆ, ਤੇ ਉਹ ਗੋਰਾ ਮੈਨੂੰ ਦੇਖ ਕੇ ਉਹ ਨਾਲ ਵਾਲੀ ਘਰ ਚਲਾ ਰਿਹਾ ਸੀ ਛੋਟੀ ਸੈਟੇਲਾਈਟ ਡਿਸ਼। ਮੈਨੂੰ ਉਹਦਾ, ਇਹ ਤੇਰੇ ਕੋਲੇ ਮੀਟਰ ਹੈਗਾ ਕੋਈ, ਇਹਦਾ ਕਿਹੜੇ ਮੀਟਰ ਨਾਲ ਦੇਖਦਾ? ਮੈਂ ਕਿਹਾ ਯਾਰ ਮੀਟਰ ਤਾਂ ਹੈ ਨਹੀਂ, ਮੈਂ ਤਾਂ ਸੁਣਿਆ ਨਹੀਂ ਮੀਟਰ ਆ। ਤੇ ਉਹਦਾ ਕਹਿੰਦਾ ਯਾਰ ਤੈਨੂੰ ਪਤਾ ਸੈਟੇਲਾਈਟ ਕਿੰਨੀ ਦੂਰ ਆ? ਮੈਂ ਕਿੰਨੀ, ਉਹਨੇ 39,000 ਪਤਾ ਨਹੀਂ ਕਿੰਨੇ ਕਿਲੋਮੀਟਰ ਦੱਸਿਆ। ਤੇ ਕਹਿੰਦਾ ਇਹ ਚੱਲਦਾ ਵੀ ਪਿੰਨ ਪੁਆਇੰਟ ਦਾ, ਤੂੰ ਕਿਵੇਂ ਲੱਭ ਲੈਣਾ? ਮੈਂ ਕਿਹਾ ਯਾਰ ਇਹ ਕੋਈ ਖਾਸ ਗੱਲ ਨਹੀਂ, ਸਾਡਾ ਤਾਂ ਸਾਰਾ ਇੰਡੀਆ ਲੱਭ ਲੈਂਦਾ ਛੱਤ ਤੇ ਚੜ੍ਹ ਕੇ 1 ਮਿੰਟ 'ਚ ਹੀ। ਬਿਲਕੁਲ, ਅਸੀਂ ਤਾਂ ਰਹੇ ਹੀ ਇਸੇ ਕੰਮਾਂ ਦੇ ਵਿੱਚ। ਹਾਂਜੀ। ਤੇ ਉਹ ਜਦੋਂ ਮੈਂ ਉਹਨੂੰ ਕਿਹਾ, ਉਹਦਾ ਨਹੀਂ ਫਿਰ ਵੀ ਮੈਨੂੰ ਦੱਸ। ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਜੀ ਮੇਰਾ ਇੱਕ ਪਹਿਲੇ ਦਿਨ ਔਖਾ ਹੋਇਆ ਸੀ, ਹੁਣ ਮੈਨੂੰ ਪਤਾ ਵੀ 4 ਵਜੇ ਜਿੱਥੇ ਸੂਰਜ ਹੁੰਦਾ ਇੱਕ ਸਾਈਡ ਤਾਂ ਉੱਥੇ ਹੁੰਦੀ ਆ, ਦੂਜੀ ਮੈਂ ਕਿਹਾ ਮੈਂ ਆਪਦੇ ਮਿਣ ਰੱਖੀ ਆ ਵੀ ਜੋ ਇੱਥੇ ਜੇ ਡਿਸ਼ ਹੁੰਦੀ ਆ ਖੜੇ ਦੇ ਤਾਂ ਉੱਥੇ ਆ ਜਾਂਦਾ। ਤੇ ਉਹ ਕਹਿੰਦਾ ਯਾਰ ਕਮਾਲ ਆ, ਤੇਰੇ ਕੋਲ ਐਡਾ ਵਧੀਆ ਸਕਿੱਲ ਆ, ਤੂੰ ਇਹਨੂੰ ਯੂਜ਼ ਕਰ। ਮੈਂ ਕਿਹਾ ਕਿੱਥੇ? ਕਹਿੰਦਾ ਤੂੰ ਫੌਕਸਟੈਲ ਦੀ ਕੰਪਨੀ ਆ ਉੱਥੇ ਜਿਹੜੀ ਪੇ ਟੀਵੀ ਆ, ਕਹਿੰਦਾ ਇਹਨੂੰ ਜੁਆਇਨ ਕਰ। ਮੈਂ ਕਿਹਾ ਇਹ ਵੀ ਠੀਕ ਆ, ਦੱਸੋ ਕਿਵੇਂ ਕਰਾਂ? ਉਹਨੇ ਮੈਨੂੰ ਪੇਪਰ ਵਰਕ ਭੇਜਦਾ ਜੀ। ਮੈਂ ਹੈਰਾਨ ਵੀ, ਉਹਨਾਂ ਨੇ 3 ਦਿਨਾਂ ਦੇ ਵਿੱਚ ਹੀ ਮੈਨੂੰ ਟ੍ਰੇਨਿੰਗ ਤੇ ਭੇਜਤਾ। ਤੇ ਟ੍ਰੇਨਿੰਗ ਵੈਸੇ ਲੰਮੀ ਸੀ 5-6 ਹਫ਼ਤਿਆਂ ਦੀ, ਪਰ ਉਹਨਾਂ ਨੇ ਮੈਨੂੰ 1 ਵੀਕ ਦੇਖਿਆ ਵੀ ਇਹ ਤਾਂ ਕਰ ਸਕਦਾ। ਉਹਨਾਂ ਨੇ ਮੈਨੂੰ ਇਮੀਡੀਏਟਲੀ ਕਹਿਤਾ ਵੀ ਜੇ ਤੂੰ ਬੈਂਡ ਖਰੀਦ ਸਕਦਾ, ਆਪਦੇ ਟੂਲ ਖਰੀਦ ਸਕਦਾ, ਤਾਂ ਤੂੰ ਅੱਜ ਤੋਂ ਭੋਲਾ ਡਿਸ਼ਾਂ ਵਾਲਾ ਬਣ ਗਿਆ। ਡਿਸ਼ਾਂ ਲਾਇਆ ਕਰੇਗਾ ਲੋਕਾਂ ਦੇ।
ਸੋ ਫਿਰ ਮੈਂ ਲਗਾਤਾਰ 6 ਤੋਂ 7 ਸਾਲ ਜਿਹੜੇ ਸੈਟੇਲਾਈਟ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕੀਤਾ। ਉਸ ਦੌਰਾਨ ਮੇਰਾ ਬੈਨੀਫਿਟ ਇਹ ਹੋਇਆ ਵੀ ਮੈਂ ਇੱਕ ਜਿਗਿਆਸੂ ਬੰਦਾ ਸੀ, ਇੱਕ ਲੇਖਕ ਸੀ, ਮੈਨੂੰ ਨਵੀਆਂ ਸਟੋਰੀਆਂ ਚਾਹੀਦੀਆਂ ਸੀ, ਨਵੇਂ ਲੋਕਾਂ ਨਾਲ ਮਿਲਣਾ ਚੰਗਾ ਲੱਗਦਾ ਸੀ। ਤਾਂ ਮੈਂ ਦਿਨ 'ਚ 5 ਘਰਾਂ 'ਚ ਜਾਂਦਾ, ਦੂਰ ਦਰਾਡੇ ਕਿਤੇ 100-200 ਕਿਲੋਮੀਟਰ ਇੱਧਰ, ਤੇ ਮੇਰਾ ਕੰਮ ਘੰਟੇ ਦਾ ਹੁੰਦਾ, ਅੱਧੇ ਘੰਟੇ ਦਾ ਹੁੰਦਾ, ਪਰ ਮੈਂ ਗੱਲੜੀ ਸੀ ਤੇ ਗੱਲਾਂ ਮਾਰ ਕੇ ਉੱਥੋਂ ਬਹੁਤ ਕੁਝ ਕੱਢਦਾ ਤੇ ਫਿਰ ਮੈਂ ਆ ਕੇ ਲਿਖਦਾ। ਤੇ ਉਹ ਮੈਨੂੰ ਦੋ ਫਾਇਦੇ ਹੋਈ ਗਏ, ਇੱਕ ਪਾਸੇ ਪੈਸਾ ਆਈ ਗਿਆ, ਇੱਕ ਪਾਸੇ ਮੇਰੇ ਲਿਖਤਾਂ ਜਿਹੜੀਆਂ ਉਹ ਵੀ ਚੱਲਦੀਆਂ ਗਈਆਂ। ਅੱਛਾ, ਕਿਉਂਕਿ ਸਾਡੇ ਜਿਹੜੇ ਸ਼ੁਰੂ ਤੋਂ ਹੀ ਸਾਡੇ ਵਿੱਚ ਕਰ ਰਿਹਾ ਕਿ ਘਰੇ ਜਦੋਂ ਪੁਰਾਣੇ ਸਮੇਂ ਦੇ ਵਿੱਚ TV ਆਏ ਸੀਗੇ ਤੇ ਐਂਟੀਨੇ ਉੱਪਰ ਲੱਗੇ ਹੁੰਦੇ ਸੀਗੇ, ਇੱਕ ਬੰਦਾ ਵਿਚਾਰਾ ਉੱਪਰ ਟੰਗਿਆ ਹੁੰਦਾ ਸੀ, ਬਾਕੀ ਸਾਰਾ ਟੱਬਰ ਹੇਠਾਂ ਬੈਠ ਕੇ ਰੌਣਕ ਮੇਲਾ ਜਾਂ ਲਿਸ਼ਕਾਰਾ ਦੇਖਦਾ ਹੁੰਦਾ ਸੀਗਾ ਤੇ ਰੌਲਾ ਪੈ ਜਾਣਾ, ਹਾਂ ਚੱਲ ਗਿਆ ਜਦੋਂ ਘੁਮਾਉਣਾ। ਉਹੀ ਐਕਸਪੀਰੀਅੰਸ ਤੁਹਾਡੇ ਵੀ ਉਧਰ ਕੰਮ ਆਇਆ ਔਰ ਚੰਗੀ ਥਾਂ ਤੇ ਜੌਬ ਮਿਲ ਗਈ। ਫਿਰ ਉਸ ਤੋਂ ਬਾਅਦ ਕਿਉਂਕਿ ਖੇਤੀ ਦੇ ਨਾਲ ਜੁੜੇ ਹੋਏ ਸੀਗੇ, ਫਿਰ ਦੁਬਾਰਾ ਖੇਤੀ ਵੱਲ ਨੂੰ ਰੁਝਾਨ ਉਹ ਕਿਵੇਂ ਦਿਲ ਦੇ ਵਿੱਚ ਫੁਰਿਆ ਕਿ ਨਹੀਂ ਯਾਰ ਹੁਣ ਦੁਬਾਰਾ ਫਿਰ ਮਿੱਟੀ ਨਾਲ ਜੁੜ ਜਾਈਏ? ਉੱਥੇ ਨਾ ਇੱਕ ਕਲਚਰ ਹੈ, ਕਈ ਵਾਰੀ ਚੰਗਾ ਲਾ ਲਓ ਮਾੜਾ ਲਾ ਲਓ, ਕੰਮ ਪਿਆਰਾ ਚੰਮ ਨਹੀਂ ਪਿਆਰਾ। ਤੁਸੀਂ ਕਿਸੇ ਜੌਬ 'ਚ ਕਿੰਨੇ ਵੀ ਡੈਡੀਕੇਟ ਹੋ ਕੇ ਕੰਮ ਕਰੋ, ਜੇ ਤੁਹਾਡੀ ਗਲਤੀ ਆ ਤਾਂ 0 ਟੋਲਰੈਂਸ ਆ, ਤੁਹਾਨੂੰ ਮੰਨਦੇ ਨਹੀਂ, ਉਹ ਗਲਤੀ ਨਹੀਂ ਮੰਨਦੇ। ਕਈ ਵਾਰੀ ਬਹੁਤ ਓਵਰ ਹੀ ਵੀ ਲੈ ਜਾਂਦੇ ਆ। ਤੇ ਮੈਂ 6-7 ਸਾਲ ਉੱਥੇ ਜੌਬ ਕੀਤੀ, 5 ਸਾਲ ਉਹਨਾਂ ਦਾ ਬੈਸਟ ਟੈਕਨੀਸ਼ੀਅਨ ਅਵਾਰਡ ਜਿੱਤਿਆ ਫੌਕਸਟੈਲ ਕੰਪਨੀ ਦਾ। ਅੱਛਾ ਜੀ। ਪਰ ਇੱਕ ਦਿਨ ਕੀ ਹੋਇਆ ਵੀ ਇੱਕ ਕੰਪਨੀ ਬਣੀਓ ਚੇਂਜਸ ਆਈਆਂ ਵੀ ਜੇ ਤੁਸੀਂ ਕੁਝ ਵੀ ਕਰਨਾ ਤਾਂ ਸੇਫਟੀ ਨੂੰ ਬਹੁਤ ਪਹਿਲ ਦੇਣੀ ਆ। ਤੇ ਉਹ ਸੇਫਟੀ ਦੀ ਡਰੈਸ ਹੀ ਇੰਨੀ ਜ਼ਿਆਦਾ ਸੀ ਵੀ ਜੌਬ 3 ਮਿੰਟਾਂ ਦੀ ਤੇ ਸੇਫਟੀ ਡਰੈਸ ਪਾਉਣ ਵਾਸਤੇ 1 ਘੰਟਾ ਚਾਹੀਦਾ ਤੁਹਾਨੂੰ ਪਹਿਲਾਂ, ਉਹ ਪਾਉਣੀ ਲਾਜ਼ਮੀ ਕਰਤੀ। ਮੈਂ ਇੱਕ ਜੌਬ ਦੇ ਉੱਤੇ ਗਿਆ ਤੇ ਥੋੜੀ ਜਿਹੀ ਘੋਲ ਵੀ ਕਰ ਗਿਆ ਲਾ ਲਓ, ਪਰ ਉੱਥੇ ਲੋੜ ਵੀ ਨਹੀਂ ਸੀ, ਮੈਂ ਲੀਗਲੀ ਉਹਨੂੰ ਸਾਬਤ ਕਰ ਸਕਦਾ ਸੀ। ਪਰ ਉਹ ਕੰਪਨੀ ਨੇ ਮੈਨੂੰ ਵਾਰਨਿੰਗ ਕਰਤੀ, ਕਹਿੰਦੇ ਨਹੀਂ ਅਸੀਂ ਤੈਨੂੰ ਕੰਮ ਨਹੀਂ ਦੇ ਸਕਦੇ, ਤੂੰ ਤਾਂ ਐਡੀ ਗਲਤੀ ਕੀਤੀ। ਉਹਨਾਂ ਨੇ ਮੇਰਾ ਕੀਤਾ ਕੁਝ ਨਹੀਂ ਮੰਨਿਆ, ਪਰ ਉਹ ਚੰਗੇ ਨਹੀਂ ਹੁੰਦਾ। ਸ਼ਾਇਦ ਉਹ ਸਾਈਕਲ ਲੈ ਕੇ ਮੈਨੂੰ ਕਾਰ ਦੇਣੀ ਸੀ ਵਾਲੀ ਗੱਲ ਸੀਗੀ ਜੀ। ਤਾਂ ਇਸੇ ਦੌਰਾਨ ਮੇਰੇ ਨਾਲ ਮੈਡੀਕਲੀ ਪ੍ਰੋਬਲਮ ਆ ਗਈ, ਮੇਰੀ ਇੱਧਰਲੀ ਅੱਖ ਦੇ ਵਿੱਚ ਸੱਟ ਵੱਜ ਗਈ, ਪਹਿਲਾਂ ਤੋਂ ਵੱਜੀ ਹੋਈ ਸੀ ਪਰ ਜਮਾਂ ਹੀ ਖਤਮ ਹੋ ਗਈ ਅੱਖ। ਜਦੋਂ ਇਹ ਅੱਖ ਖਤਮ ਹੋ ਗਈ ਤਾਂ ਮੈਨੂੰ ਕੰਮ ਜੌਬ ਵੀ ਨਹੀਂ ਮੇਰੇ ਕੋਲੇ, ਅੱਖ ਵੀ ਚਲੀ ਗਈ। ਉਧਰੋਂ ਉਸੇ ਟਾਈਮ ਤੇ ਆਸਟ੍ਰੇਲੀਆ ਦੀਆਂ ਸਭ ਤੋਂ ਫੇਮਸ ਸਿੱਖ ਗੇਮਾਂ, ਉਹਦੀ ਜ਼ਿੰਮੇਵਾਰੀ ਮੇਰੇ ਤੇ ਸੀਗੀਆਂ। ਉਹ 30 ਸਾਲ ਹੋ ਗਏ ਸੀ ਤੇ 30ਵੀਆਂ ਗੇਮਾਂ ਮੈਂ ਕਰਵਾ ਰਿਹਾ ਸੀ ਆਪਣੀ ਟੀਮ ਨਾਲ ਰਲ ਕੇ। ਤਾਂ ਮੈਂ ਉਸ ਟਾਈਮ ਇਹੋ ਜਿਹਾ ਵੀ ਦੌਰ ਦੇਖਿਆ ਵੀ ਮੈਂ ਇੰਡੀਆ ਤੋਂ ਆਪਦੀ ਮਾਂ ਤੋਂ ਪੈਸੇ ਲੈ ਕੇ ਉੱਥੇ ਆਪਦਾ ਗੁਜ਼ਾਰਾ ਕਰਦਾ ਰਿਹਾ 6 ਮਹੀਨੇ। ਅੱਛਾ। ਮੈਂ ਮਾਤਾ ਨੂੰ ਕਿਹਾ ਵੀ ਇੱਥੋਂ ਭੇਜ ਦਿਆ ਕਰੋ ਤੇ ਮੈਂ ਮੇਰੇ ਲਈ ਗੇਮਾਂ ਪਹਿਲਾਂ ਤੇ ਮੇਰੀ ਅੱਖ ਪਹਿਲਾਂ, ਉਦੋਂ ਬਾਅਦ ਮੈਂ ਕੋਈ ਨਵੀਂ ਜੌਬ ਦੇਖੂੰਗਾ। ਪਰ ਸੰਜੋਗ ਇਹ ਜਿਹਾ ਹੋਇਆ ਜੀ ਵੀ ਬਹੁਤ ਹੀ ਸਕਸੈਸਫੁਲ ਗੇਮਾਂ ਹੋਈਆਂ 2017 ਦੀਆਂ, ਇਤਿਹਾਸ ਰਚਿਆ ਉਹਨਾਂ ਨੇ। ਤੇ ਉਸੇ ਦੌਰਾਨ ਜਿਹੜੀ ਇੱਥੇ ਮੈਨੂੰ ਅੱਖ ਦੀ ਵੇਟਿੰਗ ਲਈ 17 ਸਾਲ ਤਾਂ ਮਦਰਾਸ 'ਚ ਡੇਟ ਮਿਲੀ ਸੀ, 45 ਸਾਲ ਮੈਨੂੰ ਏਮਸ 'ਚ ਮਿਲੀ ਸੀ ਡੇਟ ਬਦਲਣ ਲਈ। ਤੇ ਜਦੋਂ ਮੈਂ ਉੱਥੇ ਗਿਆ ਤਾਂ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੁਹਾਨੂੰ 2 ਘੰਟਿਆਂ ਦਾ ਨੋਟਿਸ ਦੇਵਾਂਗੇ। ਤੇ ਉਹਨਾਂ ਨੇ ਥੋੜੇ ਦਿਨਾਂ 'ਚ ਮੈਨੂੰ ਬੁਲਾਇਆ ਤੇ ਮੇਰੀ ਅੱਖ ਬਦਲਤੀ। ਹੁਣ ਇਹ ਗੋਰੇ ਦੀ ਇੱਕ, ਸੋ ਤੁਹਾਨੂੰ ਗੋਰਾ ਦੇਖ ਰਿਹਾ ਮੈਂ ਉਧਰ। ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਇਨਸਾਨ ਦਾ ਜਿਹੜੇ ਉੱਥੇ ਇੰਨਾ ਡੋਨੇਟ ਕਰਕੇ ਜਾਂਦੇ ਆ। ਭਾਵੇਂ ਅਸੀਂ ਵੀ ਇੱਥੇ ਡੋਨੇਸ਼ਨ ਦਾ ਬਹੁਤ ਪਹਿਲਾਂ ਕੰਮ ਚਲਾਇਆ ਸੀ ਸਹਾਰਾ ਵੈਲਫੇਅਰ ਕਲੱਬ ਦੇ ਨਾਂ ਤੇ, ਮੈਨੂੰ ਪਤਾ ਸੀ ਇਹਦੀ ਅਹਿਮੀਅਤ। ਤੇ ਉਹਨਾਂ ਨੇ ਮੈਨੂੰ 3 ਘੰਟਿਆਂ 'ਚ ਆਪਰੇਸ਼ਨ ਕਰਕੇ ਫਿਰ ਮੈਨੂੰ ਨਾਰਮਲ ਕਰਤਾ, ਜਿਹੜਾ ਕਿ ਮੈਂ ਕੱਖ ਗਵਾ ਚੁੱਕਿਆ ਸੀ। ਤੇ ਫਿਰ ਜਦੋਂ ਇਹ ਸਾਰਾ ਖਤਮ ਹੋਇਆ ਤਾਂ ਅਚਾਨਕ ਫਿਰ ਮੈਨੂੰ ਇਹ ਹੋਇਆ ਵੀ ਹੁਣ ਖੇਤੀ ਨੂੰ ਜਾਈਏ ਕਿਵੇਂ ਨਾ ਕਿਵੇਂ, ਆਪਾਂ ਚਾਹੇ ਕਿਵੇਂ ਇੱਥੋਂ ਕੁਛ ਲਿਜਾ ਕੇ ਉੱਥੇ ਲਈਏ। ਤਾਂ ਇਸੇ ਦੌਰਾਨ ਫਿਰ ਮੈਨੂੰ ਇਹ ਸੰਤਰਿਆਂ ਦੀ ਖੇਤੀ ਸ਼ੁਰੂ ਹੋਈ ਤੇ ਫਿਰ ਅੱਗੇ ਚੱਲਦਾ ਗਿਆ। ਜੀ ਬਿਲਕੁਲ ਜੀ, ਇਹ ਬਹੁਤ ਇੱਕ ਖੂਬਸੂਰਤ ਸੁਨੇਹਾ ਵੀ ਜਿਹੜਾ ਮਿੰਟੂ ਬਰਾੜ ਜੀ ਨੇ ਸਾਨੂੰ ਦਿੱਤਾ ਹੈ। ਇੱਕ ਅੱਖ ਦੇ ਵਿੱਚੋਂ ਕਹਿੰਦੇ ਕਿ ਗੋਰਾ ਦੇਖ ਰਿਹਾ, ਇੱਕ ਅੱਖ ਦੇ ਵਿੱਚੋਂ ਸਾਡਾ ਪੰਜਾਬੀ ਦੇਖ ਰਿਹਾ। ਔਰ ਜੇਕਰ ਅੱਜ ਅਸੀਂ ਵੀ ਇਹਨਾਂ ਦੇ ਵਰਗੀ ਸੋਚ ਅਪਣਾ ਲਈਏ, ਜਿੱਦਾਂ ਇਹਨਾਂ ਦੀ ਇੱਕ ਅੱਖ ਚਲੀ ਗਈ ਸੀ ਤੇ ਕਿਸੇ ਦੀ ਦਾਨ ਦਿੱਤੀ ਹੋਈ ਅੱਖ ਦੇ ਨਾਲ ਅੱਜ ਇਹ ਦੁਨੀਆ ਦੇਖ ਰਹੇ, ਤੁਸੀਂ ਇਹਨਾਂ ਨੂੰ ਦੇਖ ਰਹੇ, ਇਹ ਤੁਹਾਨੂੰ ਦੇਖ ਰਹੇ। ਆਓ ਆਪਾਂ ਵੀ ਤਹਈਆ ਕਰੀਏ ਕਿ ਆਪਾਂ ਵੀ ਅੱਜ ਤੋਂ ਹੀ ਆਪਣੀਆਂ ਅੱਖਾਂ ਦਾਨ ਕਰਨ ਬਾਰੇ ਸੋਚੀਏ ਨਾ, ਬਲਕਿ ਕਰ ਦਈਏ। ਇਹ ਬਹੁਤ ਵੱਡਾ ਦਾਨ ਹੈ ਔਰ ਇਹ ਤੁਸੀਂ 2 ਬੰਦਿਆਂ ਨੂੰ ਜ਼ਿੰਦਗੀ ਦੇ ਸਕਦੇ ਹੋ, 2 ਬੰਦਿਆਂ ਨੂੰ ਚਾਨਣ ਦੇ ਸਕਦੇ ਹੋ। ਔਰ ਇਹ ਅੰਗਦਾਨ ਬਹੁਤ ਜ਼ਰੂਰੀ ਹੈ ਔਰ ਇਹ ਕਰਨੇ ਚਾਹੀਦੇ ਨੇ ਤਾਂ ਕਿ ਸਾਡੇ ਨਾਲ ਹੋਰ ਵੀ ਜ਼ਿੰਦਗੀਆਂ ਜਿਹੜੀਆਂ ਉਹ ਜ਼ਿੰਦਗੀ ਮਾਣ ਸਕਣ। ਮਿੰਟੂ ਬਰਾੜ ਜੀ, ਗੱਲਾਂ ਬਹੁਤ ਸੋਹਣੀਆਂ ਨੇ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ, ਤੁਹਾਡੇ ਪਰਿਵਾਰ ਦੀਆਂ ਵੀ ਗੱਲਾਂ ਹੋਣਗੀਆਂ, ਕਾਰੋਬਾਰ ਦੀਆਂ ਵੀ ਹੋਣਗੀਆਂ, ਖੇਤੀਬਾੜੀ ਦੀਆਂ ਵੀ ਹੋਣਗੀਆਂ। ਪਰ ਪਹਿਲਾਂ ਇਸ ਵੇਲੇ ਅਸੀਂ ਤੁਹਾਡੇ ਵਾਸਤੇ ਤੇ ਆਪਣੇ ਦਰਸ਼ਕਾਂ ਦੇ ਵਾਸਤੇ ਇੱਕ ਗੀਤ ਦਿਖਾ ਰਹੇ ਹਾਂ।
ਜਿਸ ਗੀਤ ਤੋਂ ਬਾਅਦ ਇੱਕ ਵਾਰ ਮੁੜ ਤੁਸੀਂ ਜੁੜ ਚੁੱਕੇ ਹੋ ਜੀ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ। ਔਰ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰ ਰਹੇ ਨੇ ਮਿੰਟੂ ਬਰਾੜ ਜੀ, ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਜਾ ਕੇ ਜਿਨ੍ਹਾਂ ਨੇ ਆਪਣੀ ਪੰਜਾਬੀ ਤੇ ਪੰਜਾਬੀਅਤ ਨੂੰ ਵੀ ਕਾਇਮ ਰੱਖਿਆ ਤੇ ਨਾਲ ਰੋਜ਼ੀ ਰੋਟੀ ਦੇ ਲਈ ਖੇਤੀ ਦੇ ਧੰਦੇ ਨੂੰ ਵੀ ਮੁੜ ਅਪਣਾਇਆ। ਪਹਿਲਾਂ ਇੱਧਰੋਂ ਛੱਡ ਕੇ ਚਲ ਗਏ ਸੀ। ਇੱਕ ਸਵਾਲ ਖੇਤੀ ਤੋਂ ਪਹਿਲਾਂ ਮੇਰੇ ਜ਼ਿਹਨ ਦੇ ਵਿੱਚ ਉਹ ਕਿਤੇ ਰਹਿ ਹੀ ਨਾ ਜਾਵੇ, ਚੇਤਾ ਹੀ ਨਾ ਭੁੱਲ ਜਾਵੇ ਮੈਨੂੰ ਗੱਲਾਂ ਦੇ ਵਿੱਚ। ਜਦੋਂ ਘਰੇ ਫੋਨ ਕੀਤਾ ਪੈਸੇ ਮੰਗਵਾਉਣ ਦੇ ਵਾਸਤੇ, ਕਿਉਂਕਿ ਹਾਲਾਤ ਉਦੋਂ ਇਸ ਤਰ੍ਹਾਂ ਦੇ ਹੋ ਗਏ ਕਿ ਘਰੋਂ ਪੈਸੇ ਮੰਗਵਾਉਣੇ ਪੈ ਗਏ, ਮਾਂ-ਬਾਪ ਤੇ ਪੁੱਤ ਨੂੰ ਇਸ ਕਰਕੇ ਭੇਜਦੇ ਨੇ ਕਿ ਉੱਧਰੋਂ ਸਾਨੂੰ ਇੱਧਰੋਂ ਮਦਦ ਆਉਣੀ ਹੈ, ਉਸ ਵੇਲੇ ਮਾਂ ਦਾ ਕੀ ਰਿਐਕਸ਼ਨ ਸੀ? ਦੇਖੋ ਬੜਾ ਪੋਜ਼ਿਟਿਵ ਸੀ। ਮੈਂ ਇੱਕ ਗੱਲ ਕਹਿਣਾ, ਮੇਰੇ ਕਰੈਕਟਰ ਦੇ ਵਿੱਚ ਦੇਖੋ ਹਰ ਬੰਦੇ ਦੇ ਹੁੰਦਾ ਮਾਂ-ਬਾਪ ਦਾ ਰੋਲ ਤਾਂ ਆਉਂਦਾ ਹੀ ਆ। ਬਾਪ ਵੱਲੋਂ ਮੈਂ ਮਿਹਨਤ ਹਾਸਲ ਕੀਤੀ ਵੀ ਮੈਂ ਕਿਰੜ ਤੇ ਸਿਰੜ ਮੈਨੂੰ ਬਾਪ ਕੋਲੋਂ ਮਿਲੀ, ਭਾਵੇਂ ਅੱਜ ਉਹ ਦੁਨੀਆ 'ਚ ਨਹੀਂ ਹਨ, ਪਰ ਮੈਨੂੰ ਮਾਂ ਵੱਲੋਂ ਜਿਹੜਾ ਸਹਿਯੋਗ ਮਿਲਿਆ ਉਹ ਇੱਕ ਬਾਕਮਾਲ ਸਹਿਯੋਗ ਆ ਜੀ। ਉਹ ਇੱਕ ਬਹੁਤ ਜ਼ਿਆਦਾ ਸਟਰੋਂਗ ਲੇਡੀ ਹੈ। ਉਹਨਾਂ ਦੇ ਜੇ ਮੈਂ ਕਹਾਂ ਤਾਂ ਵੀ ਉਹਨਾਂ ਦੇ ਇੰਨੇ ਆਪਰੇਸ਼ਨ ਹੋਏ ਆ ਵੀ ਉਹਨਾਂ ਦੀ ਬੋਡੀ, ਮੈਂ ਤਾਂ ਕਹਿਣਾ ਹੁੰਦਾ ਵੀ ਹੁਣ ਤਾਂ ਸਾਰੀ ਬਗਾਨੀ ਆ ਮਾਤਾ, ਤੇ ਪਰ ਉਹਨਾਂ ਨੇ ਕਿਤੇ ਸੀ ਕਰਕੇ ਨਹੀਂ ਕਿਹਾ। ਤੇ ਅੱਜ ਵੀ ਮੈਨੂੰ ਹੁਣ ਤੱਕ ਕਿਤੇ ਜਾਂ ਦਿਨ ਨਹੀਂ ਦੇਖਣ ਨੂੰ ਮਿਲਿਆ ਵੀ ਉਹ ਇੱਥੇ ਕਈ ਵਾਰੀ ਇਕੱਲੇ ਰਹਿੰਦੇ ਆ ਤੇ ਮੈਨੂੰ ਇੱਕ ਵਾਰੀ ਵੀ ਉਹਨਾਂ ਨੇ ਹੌਸਲਾ ਢੇਕਤਾ ਹੋਵੇ ਵੀ ਨਹੀਂ ਹੁਣ ਇਦਾਂ 78 ਈਅਰ 올ਡ ਆ, ਪਰ ਉਹਨਾਂ ਦਾ ਹੌਸਲਾ ਹੀ ਮੈਨੂੰ ਇੱਥੋਂ ਤੱਕ ਲੈ ਕੇ ਆਇਆ। ਤੇ ਉਦੋਂ ਵੀ ਉਹਨਾਂ ਨੇ ਇੱਕੋ ਹੀ ਗੱਲ ਕਹੀ, ਤੇਰਾ ਹੀ ਇੱਥੇ ਆ, ਤੇਰਾ ਹੀ ਉੱਥੇ ਆ, ਮੈਨੂੰ ਕੀ ਪ੍ਰੋਬਲਮ ਆ, ਮੈਂ ਤਾਂ ਇੱਕ ਜਰੀਆ, ਤੇ ਜਿਹੜੀ ਚੀਜ਼ ਤੈਨੂੰ ਚਾਹੀਦੀ ਆ ਤੂੰ ਆਪੇ ਲੈ ਸਕਦਾ। ਕੀ ਬਾਤ। ਤੇ ਇਹੀ ਹੌਸਲੇ ਜਿਹੜੇ ਆ ਉਹ ਫਿਰ ਜ਼ਿੰਦਗੀ ਦੇ ਵਿੱਚ ਆਸਾਂ ਦੇ ਅੰਬਰਾਂ ਤੇ ਪਰਿੰਦਿਆਂ ਨੂੰ ਉਡਾਰੀਆਂ ਭਰਨ ਦੇ ਲਈ ਬਹੁਤ ਵੱਡਾ ਹੌਸਲਾ ਦਿੰਦੇ ਆ। ਔਰ ਜੇਕਰ ਫਿਰ ਖੇਤੀਬਾੜੀ ਦੀ ਹੁਣ ਆਪਾਂ ਗੱਲ ਕਰੀਏ, ਮੁੜ ਖੇਤੀ ਵੱਲੋਂ ਖੇਤ ਦੇ ਵਿੱਚ ਪੈਰ ਰੱਖਣਾ ਇਹ ਕਿੱਦਾਂ ਫਿਰ ਸੰਭਵ ਹੋਇਆ? ਦੇਖੋ ਫਿਰ ਜਦੋਂ ਮੈਂ ਦੁਬਾਰਾ ਗੇਮਾਂ ਤੋਂ ਬਾਅਦ ਫ੍ਰੀ ਹੋਇਆ ਤਾਂ ਮੈਨੂੰ ਲੱਗਿਆ ਵੀ ਮੈਂ ਕੁਝ ਕੰਮ ਕਰਾਂ। ਤਾਂ ਮੇਰੀ ਇੱਕ ਕੰਪਨੀ ਉਦੋਂ ਪਹਿਲਾਂ ਚੱਲਦੀ ਸੀ ਜਿਹੜੀ ਸਿਕਿਉਰਿਟੀ ਕੈਮਰੇ ਤੇ ਸਿਕਿਉਰਿਟੀ ਸਿਸਟਮ ਲਾਉਂਦੀ ਸੀ, ਤਾਂ ਮੈਂ ਉਹਨੂੰ ਦੁਬਾਰੇ ਚਲਾਇਆ। ਤੇ ਦੁਬਾਰੇ ਚਲਾਉਣ ਤੋਂ ਬਾਅਦ ਪਹਿਲੀ ਮੈਂ ਕਿਤੇ ਗਿਆ ਤਾਂ ਸਾਡੇ ਇੱਕ ਬੜੇ ਵੱਡੇ ਜ਼ਿਮੀਂਦਾਰ ਹਰਦਿਆਲ ਸਿੰਘ ਸੰਤਰਿਆਂ ਦੀ ਖੇਤੀ ਕਰਦੇ, ਉਹ ਮੈਨੂੰ ਆਦੇ ਯਾਰ ਕਿੰਨਾ ਚਿਰ ਇਹ ਕੁਛ ਕਰੀ ਜਾਓਗੇ, ਕੋਈ ਖੇਤੀ ਖੁੱਤੀ ਕਰ ਲਓ ਸੰਤਰਿਆਂ ਦੀ। ਮੈਂ ਸੰਤਰੇ ਲੈਣ ਬਾਰੇ ਨਹੀਂ ਸੋਚਿਆ ਸੀ, ਮੈਂ ਅੰਗੂਰਾਂ ਬਾਰੇ ਸੋਚਦਾ ਹੁੰਦਾ ਸੀ। ਅੱਛਾ। ਜਿੱਦਣ ਉਦੋਂ ਉਹ ਜਿਗਿਆਸਾ ਜੀ ਜਾਗੀ ਤਾਂ ਮੈਂ ਘਰੇ ਆ ਕੇ ਸਰਚ ਮਾਰੀ ਤਾਂ ਮੈਨੂੰ ਇੱਕ ਫਾਰਮ ਦੇਖਿਆ ਛੋਟਾ ਜਿਹਾ। ਮੈਂ ਕਿਹਾ ਯਾਰ ਇਹ ਤਾਂ ਲਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ। ਤਾਂ ਮੈਂ ਉਹਦੇ ਤੇ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ਸਾਰੇ 2 ਮਹੀਨਿਆਂ 'ਚ ਮੈਂ ਉਹਨੂੰ ਲੈਣ 'ਚ ਕਾਮਯਾਬ ਹੋ ਗਿਆ। ਤਾਂ ਉਹ ਇਹੋ ਜਿਹਾ ਨਿਕਲਿਆ ਵੀ ਇੱਕ ਮੈਂ ਇਹੀ ਸੋਚਦਾ ਵੀ ਮੈਂ ਸਾਫ਼ ਨੀਅਤ ਤੇ ਸਪਸ਼ਟ ਨੀਤੀ ਨਾਲ ਜਿਹੜੀ ਮਿਹਨਤ ਕੀਤੀ, ਦੁਨੀਆ ਤੋਂ ਦੁਆਵਾਂ ਲਈਆਂ, ਤੇ ਉਹ ਮੈਨੂੰ ਇੱਕ ਕਿਸਮ ਦੀ ਲੋਟਰੀ ਵਾਂਗੂ ਹੀ ਮਿਲਿਆ ਵੀ ਬਹੁਤ ਥੋੜੇ ਪੈਸਿਆਂ 'ਚ ਸਮੇਤ ਫਰੂਟ ਉਹਨੇ ਦੇਤਾ ਤੇ ਮੈਂ ਸਾਲ ਕੁ 'ਚ ਉਹਨੂੰ ਫ੍ਰੀ ਕਰ ਲਿਆ। ਤੇ ਮੈਨੂੰ ਐਂ ਲੱਗਿਆ ਵੀ ਇਹ ਤਾਂ ਵੀ ਮੇਰੇ ਪੈਰ ਲਵਾਤੇ ਉਹਨੇ, ਤਾਂ ਬਸ ਉਹ ਪੈਰ ਲੱਗੇ ਫਿਰ ਅੱਗੇ ਦੀ ਅੱਗੇ। ਉਹ ਮਾਮਲੇ ਤੇ ਸੀ ਜਾਂ ਫਿਰ ਮੁੱਲ ਹੀ ਲੈ ਲਿਆ? ਮੁੱਲ ਲੈਣਾ। ਉੱਥੇ ਦੇਖੋ ਆਪਣੇ ਵਾਲਾ ਸਿਸਟਮ ਆ, ਕਈ ਵਾਰੀ ਉੱਥੇ ਨਾ ਲੋਕ ਦਰਸ਼ਕ ਸਾਡੇ ਇਹ ਸਮਝਦੇ ਆ ਵੀ ਉੱਥੇ ਜ਼ਮੀਨ ਗਵਰਨਮੈਂਟ ਦਿੰਦੀ ਆ ਫਿਰ ਰੈਂਟ ਹੁੰਦਾ, ਇਦਾਂ ਨਹੀਂ ਹੈ ਜੀ। ਸਾਰਾ ਕੁਛ ਕਾਮਨਵੈਲਥ ਜਿਹੜੇ ਕੰਟਰੀਜ਼ ਆ ਉਹਨਾਂ ਦੇ ਕਾਨੂੰਨ ਬਰਾਬਰ ਜੀ ਆ। ਇਵੇਂ ਉੱਥੇ ਜ਼ਮੀਨ ਮੁੱਲ ਲੈਂਦੇ ਆ, ਗਹਿਣੇ ਵਾਲਾ ਕਲਚਰ ਉੱਥੇ ਹੈ ਨਹੀਂ, ਠੇਕੇ ਵਾਲਾ ਕਲਚਰ ਹੈ ਨਹੀਂ ਉੱਥੇ। ਇਵੇਂ ਜਿੱਕੀ ਤੁਸੀਂ ਜ਼ਮੀਨ ਨੂੰ ਤੁਸੀਂ ਤੁਹਾਡੇ ਨਾਂ ਚੜ੍ਹਦੀ ਆ, ਕੋਈ ਉਹ 'ਚ ਉਹ 99 ਸਾਲੇ ਪੱਟੇ ਪੁੱਟੇ ਉਹ ਕੁਛ ਨਹੀਂ ਹੈ, ਸੇਮ ਸਿੱਧਾ ਤੁਸੀਂ ਮੁੱਲ ਉਹੀ ਏਕੜ ਦਾ ਸਾਈਜ਼ ਆ। ਜੀ। ਤੇ ਖੇਤੀਬਾੜੀ ਕਿਉਂਕਿ ਤੁਸੀਂ ਕੀਤੀ ਹੋਈ ਸੀ, ਹੱਡੀ ਹੰਡਾਈ ਹੋਈ ਸੀਗੀ, ਔਰ ਕਿਉਂਕਿ ਹੱਥੀਂ ਕੱਢਿਆ ਕੰਮ ਜਿਹੜਾ ਆ ਉਹ ਕਦੇ ਵੀ ਫਿਰ ਮੁਸ਼ਕਿਲ ਬੰਦੇ ਨੂੰ ਆਉਂਦੀ ਨਹੀਂ, ਫਿਰ ਬੰਦਾ ਦੜਾਈ ਫਿਰਦਾ। ਫਿਰ ਹੌਲੀ 13 ਕਿੱਲਿਆਂ ਤੋਂ ਬਾਅਦ ਫਿਰ ਆਲੇ ਦੁਆਲੇ ਇਹ ਕੰਮ ਫੈਲਦਾ ਗਿਆ ਤੇ ਅੰਗੂਰਾਂ ਨੂੰ ਸੋਚਿਆ ਸੀ ਕਿ ਅੰਗੂਰਾਂ ਦੀ ਖੇਤੀ ਕਰਨੀ ਆ, ਫਿਰ ਉਹਦੇ ਦੁਆਲੇ ਵੀ ਹੋ ਗਏ ਤੁਸੀਂ? ਬਸ ਸਾਲ ਕੁ ਪਹਿਲਾਂ ਫਿਰ ਸਾਨੂੰ ਜਮਾ ਹੀ ਕਹਿੰਦੇ ਨੇ ਉਹਦੇ ਨਾਲ ਲੱਗਦੀ, ਨਾਲ ਲੱਗਦੀ। ਵੈਸੇ ਤਾਂ ਮੈਂ ਆਮ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਇੱਥੇ ਵੀ ਨਾਲ ਲੱਗਦੀ ਤਾਂ ਪਾਕਿਸਤਾਨ ਤੱਕ ਆਉਂਦੀ ਰਹੂ ਭਾਈ, ਤੇ ਇਹਦਾ ਕੋਈ ਹੱਲ ਨਹੀਂ। ਸੋ ਨਾਲ ਲੱਗਦੀ ਦਾ ਲਾਲਚ ਹੋਇਆ ਤੇ ਇਸੇ ਦੌਰਾਨ ਮੇਰੀ ਸਾਂਝ ਪਈ ਮੇਰੇ ਇੱਕ ਮਿੱਤਰ ਨਾਲ, ਤੇ ਅਸੀਂ ਦੋਨਾਂ ਨੇ ਰਲ ਕੇ ਫਿਰ ਇੱਕ ਅੰਗੂਰਾਂ ਦਾ ਵੱਡਾ ਖੇਤ ਸੀ 100 ਕਿੱਲੇ ਤੋਂ ਉੱਤੇ 105 ਏਕੜ ਸੀ, ਫਿਰ ਅਸੀਂ ਉਹ ਖਰੀਦਿਆ ਤੇ ਉਹ ਹੁਣ ਉਹ ਚਲਾ ਰਹੇ ਹਾਂ ਅਸੀਂ। ਤੇ ਉਹਦੇ 'ਚ ਥੋੜਾ ਜਿਹਾ ਕੰਮ ਘੱਟ ਹੁੰਦਾ, ਅੰਗੂਰ ਲੈਣ ਦਾ ਕਾਰਨ ਇਹ ਸੀ ਵੀ ਮਸ਼ੀਨੀ ਆ ਟੋਟਲ, ਸੋ ਇਸ ਕਰਕੇ ਹੁਣ ਉਹ ਵੀ ਨਾਲ ਜੁੜ ਗਿਆ ਜੀ। ਨਾਲ ਫਿਰ ਅਸੀਂ ਜਿਹੜਾ ਮੇਰਾ ਇੰਟਰਸਟ ਆ ਲਿਖਣਾ ਪੜ੍ਹਨਾ ਮੀਡੀਆ ਤੇ ਨਾਲ ਮੋਟਰ ਇੰਡਸਟਰੀ ਦੇ ਵਿੱਚ ਮੋਟਰ ਵੀ ਜੀ। ਦੇਖੋ ਜੇਕਰ ਹੁਣ ਗੱਲ ਕਰੀਏ ਕਿ 118 ਕਿੱਲੇ ਖੇਤੀ ਕਰਨੀ, ਔਰ ਜੇਕਰ ਇੱਧਰ ਕਿਸੇ ਦੇ ਕੋਲ 10-20 ਕਿੱਲੇ ਵੀ ਹੋਣ ਤੇ ਉਹ ਵੀ ਆਪਣੇ ਨਾਲ ਬੰਦੇ ਰੱਖ ਲੈਂਦਾ ਕਿ ਮੇਰੇ ਨਾਲ ਇਹ ਮੇਰੇ ਸਾਥੀ ਹੋਣਗੇ, ਮੇਰੀ ਹੈਲਪ ਕਰਨਗੇ, ਟਰੈਕਟਰ ਵੀ ਉਹੀ ਚਲਾਉਣਗੇ, ਹਲ ਵੀ, ਖੇਤ, ਪਾਣੀ, ਨੱਕਾ ਸਭ ਉਹੀ ਕਰਨਗੇ, ਤੇ ਆਪ ਚਿੱਟੇ ਕੁੜਤੇ ਪਜਾਮੇ ਪਾ ਕੇ ਆਪਾਂ ਮੋਟਰਸਾਈਕਲ 'ਤੇ ਗੇੜੀਆਂ ਮਾਰਾਂਗੇ। ਉੱਧਰ ਕਿੱਦਾਂ ਖੇਤੀ ਕਰਦੇ ਹੋ? ਉੱਧਰ ਬੰਦੇ ਇੱਦਾਂ ਹੀ ਬਕਾਇਦਾ ਜਿੱਦਾਂ ਇੱਧਰ ਪੰਜਾਬ 'ਚ ਆਪਾਂ ਰੱਖਦੇ ਹਾਂ ਉੱਦਾਂ ਹੁੰਦੀਆਂ ਗੱਲਾਂ ਬਾਤਾਂ?
ਦੇਖੋ ਰੱਖ ਤਾਂ ਸਕਦੇ ਆ, ਗੱਲ ਨਹੀਂ ਹੈਗੀ ਨਾ ਰੱਖ ਸਕਦੇ ਆ। ਜਦੋਂ ਬੰਦਾ ਵੱਡੇ ਪੱਧਰ ਤੇ ਸਕੇਲ ਤੇ ਕੰਮ ਕਰਦਾ ਤਾਂ ਬੰਦੇ ਰੱਖਣੇ ਪੈਂਦੇ ਆ, ਕੰਮ ਫੇਰ ਹੀ ਚੱਲਦਾ। ਪਰ ਜਿਵੇਂ ਤੁਸੀਂ ਕਿਹਾ ਨਾ ਵੀ ਇੱਥੇ ਹੁਣ ਸਾਡੇ ਤਕਰੀਬਨ ਮੈਂ 18.5 ਏਕੜ ਇਦਾਂ ਕੀ ਖੇਤੀ ਚੱਲ ਰਹੀ ਹੈ ਇੱਥੇ ਸਬਜ਼ੀ ਦੀ, ਤੇ 25 ਤੋਂ 30 ਬੰਦੇ ਉੱਥੇ ਕੰਮ ਕਰ ਰਹੇ ਆ। ਤੇ ਜੇ ਉੱਥੇ ਜਾਵਾਂ ਤੇ ਉੱਥੇ ਨਾਲ 100 ਹੋਰ ਲਾ ਦਿਓ ਤੇ ਉੱਥੇ ਅਸੀਂ 1.5 ਟੋਟਰੂ ਜਿਹਨੂੰ ਪੰਜਾਬੀ ਚ ਕਹਿੰਦੇ ਆ ਤੇ ਅਸੀਂ ਸਾਰ ਲੈਂਦੇ ਆ ਜੀ, ਕਿਉਂਕਿ ਉੱਥੇ ਮਸ਼ੀਨੀ ਜ਼ਿਆਦੇ ਆ, ਇੱਥੇ ਹੱਥੀਂ ਜ਼ਿਆਦੇ ਕੰਮ। ਇੱਥੇ ਹੱਥੀਂ ਤਾਂ ਵੀ ਸਾਨੂੰ ਲੇਬਰ ਆਸਾਨੀ ਨਾਲ ਮਿਲ ਜਾਂਦੀ ਹੈ ਜੀ। ਉੱਥੇ ਮਜਬੂਰੀ ਆ ਸਾਡੀ ਵੀ ਜੇ ਅਸੀਂ ਉੱਥੇ ਹਾਇਰ ਵੀ ਕਰਨੀ ਆ ਲੇਬਰ ਤਾਂ ਉਹ ਮਹਿੰਗੀ ਬਹੁਤ ਪੈਂਦੀ ਆ, ਕਿਉਂਕਿ ਡਾਲਰਾਂ 'ਚ ਪੇ ਕਰਨਾ ਤੁਹਾਨੂੰ, ਤੇ ਉਹ ਬਚਤ ਨਹੀਂ ਰਹਿੰਦੀ, ਫਿਰ ਤੁਹਾਨੂੰ ਮਸ਼ੀਨੀ ਹੀ ਕੰਮ ਕਰਦਾ। ਸੋ ਹੁਣ ਜੇ ਅੰਗੂਰਾਂ ਦੀ ਖੇਤੀ ਲਾਈਏ ਤਾਂ ਉਹਦੇ 'ਚ ਅਗਸਤ ਦੇ ਮਹੀਨੇ ਤੋਂ ਸ਼ੁਰੂ ਹੋ ਜੂਗਾ, ਪ੍ਰੂਨਿੰਗ ਵੀ ਮਸ਼ੀਨ ਨਾਲ, ਸਪਰੇਅ ਵੀ ਮਸ਼ੀਨ ਨਾਲ, ਉਹਦੀ ਤੁੜਵਾਈ ਵੀ ਮਸ਼ੀਨ ਨਾਲ, ਸਾਰਾ ਕੁਝ ਮਸ਼ੀਨੀ ਆ। ਬੰਦੇ ਨੇ ਕੀ ਕਰਨਾ, ਟਰੈਕਟਰ ਚਲਾਉਣੇ, ਉਹ ਵੀ 에ਅਰ ਕੰਡੀਸ਼ਨ ਆ। ਸੋ ਇਸ ਕਰਕੇ ਵੱਡੇ ਟਰੈਕਟਰ ਆ, ਬੰਦੇ ਨੂੰ ਕੋਈ ਔਖਾ ਨਹੀਂ ਲੱਗਦਾ ਤੇ ਅਸੀਂ ਬੜੇ ਚਾਅ ਨਾਲ ਹੀ ਚਲਾਈ ਜਾਂਦੇ ਆ, ਕਿਉਂਕਿ ਇੱਥੇ ਜਿਨ੍ਹਾਂ ਨੇ ਆਸ਼ਿਆਂ ਦੇ ਹੈਂਡਲ ਮਾਰੇ ਆ ਤੇ ਉੱਥੇ ਜੌਨ ਡੀਅਰ ਜੇਸੀ 'ਚ ਬੈਠਣਾ ਤਾਂ ਕੋਈ ਵੱਡੀ ਬਿਲਕੁਲ ਜੀ। ਉਦੋਂ ਤਾਂ ਕਹਿੰਦੇ 4-4 ਫੁੱਟ ਡੂੰਘਾ ਹਲ ਵੀ ਮਾਰ ਜਾਂਦੇ ਆ ਜੀ। ਤੇ ਜੇਕਰ ਅਸੀਂ ਹੁਣ ਗੱਲ ਕਰੀਏ ਤੁਹਾਡੀ, ਕਿਉਂਕਿ ਕੋਈ ਵੀ ਬੰਦਾ ਨਵੇਂ ਥਾਂ ਤੇ ਜਾਂਦਾ ਹੈ ਉਹਨੂੰ ਸਮੱਸਿਆਵਾਂ ਤਾਂ ਆਉਂਦੀਆਂ, ਭਾਵੇਂ ਕੋਈ ਇੱਕ ਕਿਰਾਏਦਾਰ ਨੇ ਦੂਸਰਾ ਮਕਾਨ ਹੀ ਲੈ ਕੇ ਉਹਦੇ ਵਿੱਚ ਹੀ ਸਮਾਨ ਰੱਖਣਾ ਹੋਵੇ, ਬੜੀਆਂ ਔਕੜਾਂ ਆਉਂਦੀਆਂ। ਤੁਹਾਨੂੰ ਵੀ ਆਈਆਂ ਔਕੜਾਂ ਉੱਥੇ ਕੰਮ ਦੇ ਪ੍ਰਤੀ ਜਾਂ ਆਸਟ੍ਰੇਲੀਆ ਦੇ ਵਿੱਚ ਸੈੱਟ ਹੋਣ ਦੇ ਲਈ? ਬਹੁਤ ਘੱਟ ਆਈਆਂ। ਮੈਂ ਲੱਕੀ ਮੰਨਦਾ ਆਪਦੇ ਆਪ ਨੂੰ ਇਸ ਗੱਲ 'ਚ। ਇੱਕ ਤਾਂ ਮੈਂ ਗਿਆ ਸਿੱਧਾ ਪਰਮਾਨੈਂਟ ਰੈਜ਼ੀਡੈਂਸ, ਉਹਦੇ ਲਈ ਫਿਰ ਮੈਨੂੰ ਸਟੂਡੈਂਟ ਵਾਲੀ ਲਾਈਫ ਨਹੀਂ ਜਿਉਣੀ ਪਈ, ਜਿਹੜੀ ਬਹੁਤ ਸਟਰਗਲਿੰਗ ਹੁੰਦੀ ਆ, ਫੀਸਾਂ ਵੀ ਭਰਨੀਆਂ, ਤੁਸੀਂ ਕੰਮ ਵੀ ਕਰਨਾ, ਇੱਥੋਂ ਕਰਜ਼ਾ ਲੈ ਕੇ ਗਏ ਉਹ ਵੀ ਲਾਉਣਾ ਜੀ, ਇਹ ਚੀਜ਼ਾਂ ਨਹੀਂ ਸੀ। ਦੂਜਾ ਉੱਥੇ ਮੇਰੇ ਇਨਲॉज, ਮੇਰੇ ਸਾਡੂ ਸਾਹਿਬ ਉੱਥੇ ਰਹਿੰਦੇ ਸਨ ਤੇ ਉਹਨਾਂ ਕਰਕੇ ਮੈਂ ਸਿੱਧਾ ਉਹਨਾਂ ਕੋਲੇ ਗਿਆ। ਉਹਨਾਂ ਨੇ ਮਹੀਨੇ 2 ਮਹੀਨਿਆਂ 'ਚ ਮੇਰੇ ਪੈਰ ਜੇ ਲਵਾ ਕੇ ਮੈਨੂੰ ਸੈੱਟ ਕਰਤਾ। ਫਿਰ ਮੈਂ ਥੋੜਾ ਪੜ੍ਹ ਗਿਆ, ਮੈਨੂੰ ਵਧੀਆ ਜੌਬ ਮਿਲ ਗਈ। ਲੋਕ ਉਸ ਟਾਈਮ $12-15 ਤੇ ਕੰਮ ਕਰਦੇ ਸੀ, ਮੈਨੂੰ ਪਹਿਲੀ ਜੌਬ ਹੀ $24.65 ਤੋਂ ਸ਼ੁਰੂ ਹੋਈ ਸੀ, ਕਿਉਂਕਿ ਮੈਂ ਕੁਝ ਕੋਰਸ ਕਰ ਲਏ ਤੇ ਮੈਂ ਵਾਈਨਰੀ 'ਚ ਜਾਣ ਵਾਲਾ ਪਹਿਲਾ ਇੰਡੀਅਨ ਸੀ। 1890 ਤੋਂ ਵਾਈਨਰੀ ਚੱਲ ਰਹੀ ਸੀ, 10,000 ਮੁਲਾਜ਼ਮ ਸੀ, ਪਰ ਕੋਈ ਇੰਡੀਅਨ ਉਹਦੇ ਅੰਦਰ ਜੌਬ ਨਹੀਂ ਕੀਤੀ ਸੀ। ਤੇ ਮੈਂ ਉਹਨੂੰ ਚੈਲੰਜ ਆ ਲਿਆ ਤੇ ਉਹ ਮੇਰੀਆਂ ਸਟੋਰੀਆਂ ਸਾਰੀਆਂ ਬੁੱਕ 'ਚ ਆ ਰਹੀਆਂ ਵੀ ਕਿਵੇਂ ਆ, ਤੇ ਉਹ ਚੈਲੰਜ ਦੇ ਤਹਿਤ ਫਿਰ ਮੈਂ ਕਾਮਯਾਬ ਹੋਇਆ ਉੱਥੇ ਜੌਬ ਲੈਣ 'ਚ, ਤੇ 3 ਸਾਲ ਫਿਰ ਵਧੀਆ ਜੌਬ ਉੱਥੇ ਕੀਤੀ ਜੀ। ਤੁਹਾਡੇ ਕੋਲ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਧਰ ਰਿਸ਼ਤੇਦਾਰ ਵੀ ਸੀਗੇ ਜੀ, ਔਰ ਪੜ੍ਹੇ ਲਿਖੇ ਸੀ, ਔਰ ਪੱਕੇ ਤੌਰ ਤੇ ਇੱਧਰੋਂ ਗਏ ਸੀਗੇ। ਬਹੁਤ ਸਾਰੇ ਨਵੇਂ ਮੁੰਡੇ ਕੁੜੀਆਂ ਏਜੰਟਾਂ ਦੇ ਆਖੇ ਲੱਗ ਕੇ, ਧੱਕੇ ਚੜ੍ਹ ਕੇ, ਜਹਾਜ਼ੇ ਚੜ੍ਹ ਕੇ ਬਾਹਰ ਚਲੇ ਜਾਂਦੇ ਨੇ, ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ। ਜੇਕਰ ਕਿਸੇ ਨੇ ਆਸਟ੍ਰੇਲੀਆ ਦੇ ਵਿੱਚ ਆਉਣਾ ਹੋਵੇ, ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖੇ? ਕਿਉਂਕਿ ਹੁਣ ਤੁਸੀਂ ਸਲਾਹ ਦੇ ਸਕਦੇ ਹੋ ਕਿ ਭਾਈ ਆਓ ਜੀ ਸਦਕੇ ਆਓ, ਪਰ ਇੱਦਾਂ ਆਓ ਜਿੱਦਾਂ ਏਜੰਟ ਕਹਿੰਦੇ, ਉਹਨਾਂ ਦੇ ਧੱਕੇ ਚੜ੍ਹ ਕੇ ਗਲਤ ਤਰੀਕੇ ਦੇ ਨਾਲ ਨਾ ਆਓ। ਬਿਲਕੁਲ ਜੀ। ਦੇਖੋ, ਮੇਰਾ ਇਹ ਮੰਨਣਾ, ਕਈ ਜਿਹੜੇ ਕੰਮ ਆ ਉਹ ਬਦਨਾਮ ਜ਼ਿਆਦਾ ਹੋ ਜਾਂਦੇ ਆ, ਉਨੇ ਹੁੰਦੇ ਨਹੀਂ, ਤੇ ਉਹ ਬਦਨਾਮ ਕਰਨ ਵਾਲੇ 5-7% ਲੋਕ ਹੁੰਦੇ ਆ। ਹੁਣ ਜੇ ਮਾਈਗ੍ਰੇਸ਼ਨ ਏਜੰਟ ਆ, ਕੋਈ ਬੁਰਾ ਕੰਮ ਨਹੀਂ ਜੀ। ਜੇ ਉਹ ਨਾ ਹੁੰਦੇ, ਖੈਰ ਮੈਂ ਵੀ ਨਾ ਆਸਟ੍ਰੇਲੀਆ ਹੁੰਦਾ, ਹੋਰ ਵੀ 80% ਲੋਕ ਉਹਨਾਂ ਦੇ ਥਰੂ ਹੀ ਗਏ ਆ। ਪਰ ਜਿਹੜੇ ਉਹਨਾਂ 'ਚ 5-10% ਬੁਰੇ ਵੜ ਜਾਂਦੇ ਆ, ਜਿਹੜੇ ਤੁਹਾਨੂੰ ਮੂਰਖ ਬਣਾ ਕੇ ਜੰਗਲਾਂ 'ਚ ਛੱਡਣ ਵਾਲੇ, ਗਲਤ ਐਡਵਾਈਸ ਦੇਣ ਵਾਲੇ ਮਿਲ ਜਾਂਦੇ ਆ, ਉਹਨਾਂ ਬਾਰੇ ਆਪਾਂ ਇਹ ਗੱਲ ਕਰ ਰਹੇ ਹਾਂ। ਪਹਿਲੀ ਗੱਲ ਤਾਂ ਇਹ ਹੈ, ਠੀਕ ਹੈ ਜੀ। ਦੂਜੀ ਗੱਲ ਇਹ ਆ ਵੀ ਜੇ ਤੁਸੀਂ ਕੋਈ ਵੀ ਵੀਜ਼ਾ ਲਵਾਉਣ ਵਾਲਾ ਬੰਦਾ ਜੇ ਸੱਚ ਦੇ ਦਾਇਰੇ ਤੇ ਰਹਿੰਦਾ ਨਾ, ਸੱਚ ਨੂੰ ਨਹੀਂ ਤੋੜਦਾ, ਉਹਨੂੰ ਕਿਤੇ ਦਿੱਕਤ ਨਹੀਂ ਆਉਂਦੀ ਜੀ। ਉਹਦੇ ਲਈ ਕੁਛ ਹੀ ਸਖਤ ਨਹੀਂ। ਝੂਠ ਕੀ ਆ? ਜਾਲੀ ਦੇ ਪੇਪਰ ਬਣਾਉਣੇ, ਜਾਲੀ ਦਾ ਐਕਸਪੀਰੀਅੰਸ ਦਿਖਾਉਣਾ, ਫਿਰ ਜਾਲੀ ਦੀਆਂ ਕੋਈ ਉੱਥੇ ਜਾ ਕੇ ਕੰਮ ਧੰਦੇ ਦੀਆਂ ਲੈਟਰਾਂ ਲੈਣੀਆਂ, ਹੋਰ ਲੈਣੀਆਂ, ਉਹ ਗਲੇ ਦੀ ਹੱਡੀ ਬਣ ਜਾਂਦੀਆਂ। ਹੁਣ ਉਹ ਜ਼ਮਾਨਾ ਨਹੀਂ ਰਿਹਾ ਜਿਹੜੀ ਚੀਜ਼ ਕਿਤਾਬਾਂ 'ਚ ਦੱਬੀ ਰਵੇ। ਹੁਣ ਆਨਲਾਈਨ ਸਿਸਟਮ ਆ, ਇੱਕ ਬਟਨ ਨਾਲ ਤੁਹਾਡੇ ਪੋਤੜੇ ਫਰੋਲੇ ਜਾਂਦੇ ਆ, ਜੀ ਪੰਜਾਬੀ 'ਚ ਕਹੀਏ। ਤਾਂ ਇਸ ਕਰਕੇ ਮੈਂ ਸਭ ਨੂੰ ਇੱਕ ਐਡਵਾਈਸ ਕਰਦਾ ਹੁੰਦਾ ਵੀ ਜਾਓ, ਪਰ ਪਹਿਲਾਂ ਕਰੋ ਹੋਮਵਰਕ। ਹੋਮਵਰਕ ਕੱਲਾ ਉੱਥੇ ਜਾਣ ਦਾ ਇੱਕ ਕਿਸਮ ਦਾ ਹੋਮਵਰਕ ਨਹੀਂ ਜੀ, 4-5 ਕਿਸਮ ਦੇ ਹੋਮਵਰਕ। ਪਹਿਲਾ ਹੋਮਵਰਕ ਆ ਤੁਹਾਡੇ ਅਪਲਾਈ ਕਰਨ ਦਾ ਜੀ। ਜੇ ਤੁਹਾਨੂੰ ਪਤਾ ਹੀ ਨਹੀਂ ਆ ਕੀ ਕਿਵੇਂ ਕਿੱਥੋਂ, ਤਾਂ ਤੁਸੀਂ ਕਿਵੇਂ ਏਜੰਟ ਕੋਲੇ ਜਾ ਕੇ ਅਪਲਾਈ ਕਰੋਗੇ? ਤੁਹਾਨੂੰ ਠੱਗੂਗਾ ਹੀ ਅਗਲਾ ਜੀ। ਤੁਸੀਂ ਅੱਜ ਕੱਲ ਹਰ ਮੁਲਕ ਦੀ ਇੱਕ ਸਾਈਟ ਆ ਅਫੀਸ਼ੀਅਲ ਜੀ, ਆਸਟ੍ਰੇਲੀਆ ਦੀ ਆ, ਬਾਰਡਰ ਸਿਕਿਉਰਿਟੀ ਫੋਰਸ ਦੇ ਨਾਂ ਦੇ ਉੱਤੇ, ਉਹਦੇ ਤੇ ਜਾਓ। ਉਹਦੇ ਤੇ ਜਾ ਕੇ ਤੁਸੀਂ ਦੇਖੋ ਵੀ ਕੀ ਸ਼ਰਤਾਂ, ਕਿਹੜੀ ਕੈਟਾਗਰੀਜ਼ ਆ। ਮੰਨ ਲਓ ਤੁਸੀਂ ਇੱਕ ਸਟੂਡੈਂਟ ਵੀਜ਼ੇ 'ਚ ਆ, ਕੋਈ ਬੰਦਾ ਸਕਿੱਲ ਵੀਜ਼ੇ 'ਚ ਆ, ਉਹ ਆਪਦੀ ਕੈਟਾਗਰੀ 'ਚ ਜਾ ਕੇ ਉਹਨੂੰ ਪੜ੍ਹੋ ਵੀ ਕੀ ਕਾਗਜ਼ ਤੁਹਾਨੂੰ ਚਾਹੀਦੇ ਆ। ਜੇ ਤੁਸੀਂ ਮੰਨ ਲਓ ਤੁਸੀਂ 80% ਉਹਦਾ ਕਰ ਰਹੇ ਹੋ, ਵੀ ਤੁਹਾਡੇ 80% ਪੇਪਰ ਵਰਕ ਹੈਗਾ, ਪਰ 20% ਪਿੱਛੇ ਆ, ਤਾਂ ਉਹਦੇ ਲਈ ਤੁਸੀਂ ਫਿਰ ਦੇਖੋ ਵੀ ਕੀ ਜੈਨੂਨ ਉਪਰਾਲੇ ਹੋ ਸਕਦੇ ਆ ਜਿਹੜਾ 20% ਮੈਂ ਪੂਰਾ ਕਰਨ ਲਈ। ਤਾਂ ਉਹ ਜਦੋਂ ਤੁਸੀਂ ਹੋਮਵਰਕ ਕਰਕੇ ਫਿਰ ਕਿਸੇ ਏਜੰਟ ਕੋਲੇ ਜਾ ਕੇ ਬਹਿ ਜਾਓਗੇ ਨਾ, ਮੇਰੇ ਵਰਗੇ ਦੇ ਸਾਹਮਣੇ ਕੁਰਸੀ ਤੇ ਏਜੰਟ ਤੁਹਾਨੂੰ ਕਹੂਗਾ ਮੈਂ ਫਲਾਨਾ ਵੀਜ਼ਾ ਲਵਾਉਣਾ,
ਉਹਦੀ ਫੀਸ 1500 ਆ ਤੇ ਤੁਸੀਂ 1 ਮਿੰਟ 'ਚ ਕਹਿ ਦੋਗੇ ਵੈਬਸਾਈਟ ਤੇ ਤਾਂ 600 ਆ, ਤੁਸੀਂ 1500 ਕਿਵੇਂ ਕਹਿ ਰਹੇ ਹੋ? ਜੀ, ਠੀਕ ਹੈ ਨਾ, ਬਿਲਕੁਲ। ਸੋ ਪਹਿਲਾ ਹੋਮਵਰਕ ਤਾਂ ਇੱਥੇ ਕਰਕੇ ਕਿਸੇ ਵੀ ਏਜੰਟ ਕੋਲੇ ਜਾਓ, ਏਜੰਟ ਦੀ ਜ਼ਰੂਰਤ ਨਹੀਂ ਪੈਂਦੀ ਜਾਗਰੂਕ ਬੰਦੇ ਨੂੰ ਠੱਗਣ ਦੀ। ਬਿਲਕੁਲ। ਤੇ ਦੂਜਾ ਜਿਹੜਾ ਹੋਮਵਰਕ ਆ, ਤੁਸੀਂ ਕਿਹੜੀ ਸਟੱਡੀ 'ਚ ਜਾਣਾ, ਤੁਹਾਡਾ ਸ਼ੌਕ ਕਿਹੜਾ, ਤੁਹਾਡਾ ਪੈਸ਼ਨ ਪ੍ਰੋਫੈਸ਼ਨ ਇੱਕ ਕਿਵੇਂ ਹੋ ਸਕਦਾ। ਅਸੀਂ ਅਕਸਰ ਦੇਖਿਆ ਬਹੁਤ ਸਾਰੇ ਨੌਜਵਾਨ ਇੱਥੇ ਜਿਨ੍ਹਾਂ ਨੇ ਖੇਤੀ ਕਰਦੇ ਆ ਤੇ ਲੈ ਲੈਂਦੇ ਆ ਕੁੱਕਰੀ, ਹੁਣ ਕੜਛੀ ਨਹੀਂ ਘੁੰਮਦੀ ਉਹਨਾਂ ਤੋਂ। ਅੱਗੇ ਜ਼ਮਾਨਾ ਸੀ ਵੀ ਉਹ ਚਲਾਉਂਦੇ ਟੈਕਸੀ ਫਿਰਦੇ ਸੀ, ਪਾ ਦਿੰਦੇ ਸੀ ਐਕਸਪੀਰੀਅੰਸ ਕੁੱਕਰੀ ਦਾ, ਹੁਣ ਨਹੀਂ। ਹੁਣ ਜੇ ਤੁਸੀਂ ਕੁੱਕਰੀ 'ਚ ਗਏ ਹੋ ਤਾਂ ਤੁਹਾਨੂੰ ਕੁੱਕਰੀ 'ਚ ਹੀ ਕੰਮ ਕਰਨਾ ਪਊਗਾ, ਸਰਕਾਰਾਂ ਨੇ ਖਿੱਚਤਾ। ਜੇ ਤੁਸੀਂ ਕੰਟਰੀ ਸਾਈਡ ਰਹਿਣ ਵਾਸਤੇ ਭਰਿਆ ਨਾ ਵੀ ਮੈਂ ਪਿੰਡਾਂ 'ਚ ਰਹੂੰਗਾ, ਤਾਂ ਤੁਹਾਨੂੰ ਪਿੰਡ 'ਚ ਹੀ ਰਹਿਣਾ ਪਊਗਾ, ਤੁਸੀਂ ਐ ਨਹੀਂ ਮੈਲਬਰਨ ਸਿਡਨੀ ਆ ਕੇ ਟੈਕਸੀ ਚਲਾ ਲਓਗੇ। ਸੋ ਇਸ ਕਰਕੇ ਇੱਕ ਇਹਦੇ ਤੇ ਹੋਮਵਰਕ ਕਰੋ ਵੀ ਮੈਂ ਕੀ ਮੇਰੀ ਕਾਬਲੀਅਤ ਆ। ਮੈਂ ਜੇ ਖੇਤੀ ਨੂੰ ਪਸੰਦ ਕਰਦਾ ਤੁਸੀਂ ਹਾਰਟੀਕਲਚਰ 'ਚ ਜਾਓ ਜੀ, ਜੇ ਤੁਸੀਂ ਕਿਸੇ ਹੋਰ ਚੀਜ਼ ਨੂੰ ਪਸੰਦ ਕਰਦੇ ਤਾਂ ਉਹਦੇ 'ਚ ਜਾਓ, ਉਹ ਪੜ੍ਹਾਈ ਕਰੋ। ਫਿਰ ਉਸ ਤੋਂ ਬਾਅਦ ਜੋ ਉੱਥੇ ਜਾ ਕੇ ਵੀ ਨਾ ਉਬਰ ਨਾ ਚਲਾਉਣ ਲੱਗ ਜਾਓ। ਜਾਣਸਾਰ ਬੰਦਾ ਆਂਦਾ ਉਬਰ ਚਲਾ ਲਓ, ਮਜਬੂਰੀ 'ਚ ਚਲਾਉਣੀ ਪੈਂਦੀ ਆ, ਮਹੀਨਾ 2 ਮਹੀਨੇ 6 ਮਹੀਨੇ, ਪਰ ਉਹ ਲਾਈਨ ਫੜੋ ਜਿਹੜੀ ਲਾਈਨ ਦੇ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਹੋ। ਤੁਸੀਂ ਜੇ ਨਰਸਿੰਗ ਕਰ ਰਹੇ ਹੋ, ਚਲਾ ਰਹੇ ਹੋ ਉਬਰ, ਤੁਹਾਨੂੰ ਦਿੱਕਤ ਆਊਗੀ। ਜੇ ਤੁਸੀਂ ਉਸੇ ਫੀਲਡ 'ਚ ਕੋਈ ਏਜ ਕੇਅਰ 'ਚ, ਕੋਈ ਡਿਸੇਬਿਲਟੀ 'ਚ, ਕਿਸੇ 'ਚ ਵੀ ਜੌਬ ਕਰਦੇ ਹੋ, ਜਿੱਦਣ ਤੁਹਾਡੀ ਪੜ੍ਹਾਈ ਪੂਰੀ ਹੁੰਦੀ ਹੈ, ਤੁਹਾਡੀ PR ਦੀ ਸਾਰੀਆਂ ਸ਼ਰਤਾਂ ਪੂਰੀਆਂ, ਤੁਸੀਂ 3 ਸਾਲਾਂ 'ਚ PR ਹੋ ਜਾਓਗੇ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਗਲਤ ਰਾਹ ਗਏ, 12 15 ਸਾਲ ਹੋ ਗਏ, PR ਨਹੀਂ ਹੋਏ, ਲਮਕੀ ਜਾਂਦੇ ਆ। ਤੇ ਜਿਹੜੇ ਜੈਨੂਨ ਬੰਦੇ ਮੈਂ ਉਹਨਾਂ ਨੂੰ ਵੀ ਜਾਣਦਾ ਜਿਹੜੇ 2 ਤੋਂ 3 ਸਾਲਾਂ 'ਚ ਉੱਥੇ ਜਾ ਕੇ PR ਹੋਏ। ਬਿਲਕੁਲ ਜੀ, ਰਸਤਾ ਸਹੀ ਹੋਣਾ ਚਾਹੀਦਾ ਜੀ, ਰਸਤਾ ਕੋਈ ਵੀ ਟੇਢਾ ਨਹੀਂ ਅਖਤਿਆਰ ਕਰਨਾ ਚਾਹੀਦਾ। ਜੇਕਰ ਸਹੀ ਰਸਤੇ ਤੇ ਜਾਣਗੇ ਤਾਂ ਜਲਦੀ ਉਹਨਾਂ ਦਾ ਜਿਹੜਾ ਕਿ ਜ਼ਿੰਦਗੀ ਦਾ ਸੈੱਟ ਹੋਣ ਦਾ ਸੁਪਨਾ ਜਿਹੜਾ ਉਹ ਸੱਚ ਹੋ ਜਾਏਗਾ। ਔਰ ਤੁਸੀਂ ਰੇਡੀਓ ਦੇ ਨਾਲ ਵੀ ਜੁੜੇ ਰਹੇ ਹੋ, ਉਧਰ TV ਦੇ ਨਾਲ ਵੀ ਜੁੜੇ ਰਹੇ ਹੋ, ਅਖਬਾਰਾਂ ਦੇ ਨਾਲ ਵੀ ਜੁੜੇ ਰਹੇ ਹੋ। ਉਧਰ ਸਾਡਾ ਜਿਹੜਾ ਪੰਜਾਬੀ ਮੀਡੀਆ ਉਹ ਕਿੱਥੇ ਕੁ ਖੜਾ ਤੁਸੀਂ ਮਹਿਸੂਸ ਕਰਦੇ ਹੋ? ਬਿਲਕੁਲ ਜੀ, ਮੈਂ ਮੀਡੀਆ ਦੀ ਗੱਲ ਤੋਰਨ ਤੋਂ ਪਹਿਲਾਂ ਮੈਂ ਦੱਸਦਾ, ਉੱਥੇ ਨਾ ਇੱਕ ਮਜ਼ਾਕ 'ਚ ਇੱਕ ਗੱਲ ਫੇਮਸ ਕਰਤੀ ਸੀ, ਉਹ ਕਰੀ ਤਾਂ ਮੈਂ ਬੋਲਿਆ 1-2 ਥਾਂ ਤੇ ਤੋਂ ਸੱਚੀ ਹੋ ਗਈ। ਮੈਂ ਕਹਿੰਦੇ ਵੀ ਬਾਈ ਜੀ ਉੱਥੇ ਬੰਦਾ ਜਾ ਕੇ ਰਾਤ ਨੂੰ ਵੀ ਫੋਨ ਬੰਦ ਕਰ ਲੈਂਦਾ ਵੀ ਮੈਂ ਦਿਨੇ ਕੰਮ ਕੀਤਾ, ਦਿਨੇ ਕੰਮ ਤੇ ਬੰਦ ਆ, ਤੇ ਤੁਹਾਡਾ ਫੋਨ 24 ਘੰਟੇ ਉਪਲਬਧ ਹੁੰਦਾ, ਜਦੋਂ ਵੀ ਜਾਓ ਮਿਲ ਜਾਂਦਾ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਜਿੱਦੇ ਕਿਤੇ ਇਤਿਹਾਸ ਲਿਖਿਆ ਗਿਆ ਨਾ, ਮੇਰੀ ਇੱਕ ਮਨਸ਼ਾ ਵੀ ਉਹਦੇ 'ਚ ਇੱਕ ਲਾਈਨ ਲਿਖੀ ਜਾਵੇ ਵੀ ਉਹਦੇ 'ਚ ਸਵਾਲ ਹੋਵੇ ਬੱਚਿਆਂ ਲਈ, ਸਵਾਲ ਹੋਵੇ ਬੱਚਿਆਂ ਲਈ ਵੀ ਆਸਟ੍ਰੇਲੀਆ 'ਚ ਸਭ ਤੋਂ ਆਸਾਨੀ ਨਾਲ ਪਾਇਆ ਜਾਣ ਵਾਲਾ 2 ਲੱਤਾਂ ਵਾਲਾ ਜਾਨਵਰ ਕੌਣ ਆ, ਤੇ ਉਹਦਾ ਜਵਾਬ ਹੋਵੇ ਮਿੰਟੂ ਬਰਾੜ। ਬਸ ਮੈਂ ਉਸੇ ਤੇ ਕੰਮ ਕਰਦਾ। ਸੋ ਮੇਰੀ ਇਸ ਮਨਸ਼ਾ ਨਾਲ ਹੀ ਅੱਗੇ ਤੁਰ ਰਿਹਾ। ਦੂਜੀ ਮੀਡੀਆ ਦੀ ਗੱਲ ਆ ਜੀ, ਮੀਡੀਆ ਉੱਥੇ ਪੰਜਾਬ 'ਚ ਜੇ ਉੱਥੋਂ ਦਾ ਪੰਜਾਬੀ ਮੀਡੀਆ ਗੱਲ ਕਰੀਏ, ਕੈਨੇਡਾ ਜਾਂ ਅਮਰੀਕਾ ਵਾਂਗ ਨਹੀਂ ਹੈ। ਉੱਥੇ ਮੀਡੀਆ ਦੇ ਵਿੱਚ ਘਰ ਫੂਕ ਤਮਾਸ਼ਾ ਜੀ, ਪੈਸਾ ਨਹੀਂ ਹੈਗਾ। ਕੈਨੇਡਾ ਦੇ ਵਿੱਚ ਬਹੁਤ ਪੈਸਾ ਮੀਡੀਆ ਦੇ ਵਿੱਚ, ਅਮਰੀਕਾ 'ਚ ਵੀ ਪੈਸੇ ਬਣਾਉਂਦੇ ਆ ਲੋਕ, ਪਰ ਇੱਥੇ ਸਾਡੇ ਹਜੇ ਐਡੇ ਵੱਡੇ ਬਿਜ਼ਨਸ ਨਹੀਂ ਹੋਏ ਵੀ ਸਾਨੂੰ ਬਿਜ਼ਨਸ ਐਡ ਦੇ ਸਕਣ। ਲੋਕ ਆ ਜਿਹੜੇ ਮੁਫਤਖੋਰੀ 'ਚ ਅਖਬਾਰ ਛਾਪਦੇ ਆ, ਫ੍ਰੀ 'ਚ ਬਣਦੇ ਆ, ਮੁਫਤ ਦੇ ਵਿੱਚ ਉਹਦੇ ਤੇ ਲਿਖਿਆ ਹੀ ਫ੍ਰੀ ਹੁੰਦਾ। ਇਵੇਂ ਸੀ ਜੋ ਰੇਡੀਓ ਚਲਾਉਣੇ ਆ ਉਹ ਵੀ ਫ੍ਰੀ ਆਫ ਕਾਸਟ ਆ, ਜੇ YouTube ਚੈਨਲ ਚਲਾਉਣੇ ਆ ਜਾਂ ਹੋਰ ਚੈਨਲ ਚਲਾਉਣੇ ਆ ਤਾਂ ਉਹ ਵੀ ਫ੍ਰੀ ਆਫ ਕਾਸਟ ਆ। ਸੋ ਸਾਰਾ ਕੁਝ ਵਲੰਟੀਅਰ ਆ ਸਾਡਾ। ਤੇ ਅਸੀਂ ਸ਼ੁਰੂ 'ਚ ਤਾਂ ਤਰਲੇ ਜੇ ਮਾਰੇ ਸੀਗੇ, ਪਰ ਬਾਅਦ 'ਚ ਅਸੀਂ ਸਮਝ ਗਏ, ਤੇ ਬਾਅਦ 'ਚ ਫਿਰ ਅਸੀਂ ਜਿਵੇਂ ਹੁਣ ਘਰੋਂ ਵੀ ਤੁਹਾਨੂੰ ਕਿਹਾ ਜਾਂਦਾ ਵੀ ਭਾਈ ਯਾਰ ਇਹ ਕੀ ਕੰਮ ਹੋਇਆ ਵੀ ਪੈਸੇ ਕਮਾਉਣੇ ਹੋ ਤੇ ਇਹਨਾਂ ਤੇ ਲਾਈ ਜਾਂਦੇ ਹੋ, ਤਾਂ ਫਿਰ ਮੈਂ ਇੱਕ ਦਿਨ ਆਪਣੇ ਘਰੇ ਕਹਿੰਦੇ ਨੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੁੰਦਾ, ਜਿਵੇਂ ਮਾਤਾ ਨੇ ਮੈਨੂੰ, ਪਿਤਾ ਨੇ ਦਿੱਤਾ, ਐਵੇਂ ਮੇਰੇ ਪਤਨੀ ਬਣੀਓ ਵੀ ਜਿਹੜਾ ਮੈਨੂੰ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਨਹੀਂ ਆਈ, ਬੇਟੇ ਬਣੀਓ ਨਹੀਂ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਆਈ। ਉਹ ਕਹਿੰਦੇ ਤੁਹਾਡੇ ਸ਼ੌਕ ਆ ਤੁਸੀਂ ਪੂਰੇ ਕਰੋ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਦੇਖੋ ਹਰ ਬੰਦੇ 'ਚ ਐਬ ਆ। ਜੇ ਮੈਂ ਸਿਗਰਟਾਂ ਪੀਂਦਾ ਹੁੰਦਾ ਤਾਂ ਉੱਥੇ $40-50 ਦੀ ਸਿਗਰਟਾਂ ਦੀ ਡੱਬੀ ਆ, ਜੇ ਮੈਂ ਦਾਰੂ ਪੀਂਦਾ ਹੁੰਦਾ ਤਾਂ $40-50 ਦੀ ਦਾਰੂ ਆ। ਜਾਣੀ ਕਿ ਕਹਿਣ ਦਾ ਮਤਲਬ ਮੈਂ $100 ਰੋਜ਼ ਲਾਉਂਦਾ ਤੇ ਤੁਸੀਂ ਰੋਕ ਨਹੀਂ ਸਕਦੇ ਸੀ ਮੈਨੂੰ, ਇੱਕ ਮੇਰਾ ਬੈਲ ਐਪ ਆਉਣਾ ਸੀ। ਹੁਣ ਮੈਂ ਇਹਨਾਂ ਚੀਜ਼ਾਂ ਤੇ ਕਿਤੇ ਨੇੜੇ ਨਹੀਂ ਗਿਆ, ਤਾਂ ਮੈਂ ਹੁਣ ਮੀਡੀਆ ਤੇ ਲਾ ਲੈਣਾ ਉਹੀ $100। ਤੇ ਇਸ ਕਰਕੇ ਅਖਬਾਰ ਵੀ ਜੇਬ ਚੋਂ ਕੱਢਦੇ ਆ, ਸਾਰਾ ਕੁਝ ਜੇਬ ਚੋਂ ਚਲਾਉਣੇ ਆ। ਤੇ ਪਰ ਹੁਣ ਕੀ ਆ, ਹੁਣ ਇੱਕ ਟੀਮ ਬਣ ਚੁੱਕੀ ਆ, ਪੂਰੀ ਦੀ ਪੂਰੀ ਟੀਮ। ਮੈਂ ਤਾਂ ਇੱਕ ਫੇਸ ਆ ਤੇ ਮਿਹਨਤ ਆ ਜਿਹੜੀ ਮੇਰੇ ਮਗਰ ਸਾਡੀ ਟੀਮ ਦੀ ਆ ਸਾਰੀ। ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰੀਏ ਤੁਹਾਡੀ ਪੁਸਤਕ ਕੰਗਾਰੂਨਾਮਾ, ਜਿਹੜੀ ਕਾਫੀ ਔਰ ਗੁਰਮੁਖੀ ਦੇ ਵਿੱਚ ਵੀ ਛਪੀ ਹੈ, ਸ਼ਾਹਮੁਖੀ ਦੇ ਵਿੱਚ ਵੀ ਛਪੀ ਹੈ, ਔਰ ਹੋਰ ਵੀ ਭਾਸ਼ਾਵਾਂ ਦੇ ਵਿੱਚ ਛਪਣ ਜਾ ਰਹੀ ਹੈ, ਉਹਦੇ ਬਾਰੇ ਜੇਕਰ ਆਪਾਂ ਜ਼ਿਕਰ ਨਾ ਕੀਤਾ ਤਾਂ ਫਿਰ ਵੀ ਮੈਨੂੰ ਲੱਗਾ ਕਿ ਗੱਲਬਾਤ ਅਧੂਰੀ ਰਹਿ ਜਾਣੀ ਆ। ਉਹ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਉਹ ਜਿਹੜਾ ਉਹਦਾ ਨਾਮਕਰਨ ਇਹੋ ਜਿਹਾ ਕੀਤਾ ਗਿਆ, ਔਰ ਉਹਦੇ ਵਿੱਚ ਕੀ ਹੈਗਾ? ਦੇਖੋ ਸ਼ੁਰੂ ਤੋਂ ਹੀ ਜਦੋਂ ਮੈਂ ਤੁਹਾਨੂੰ ਦੱਸਿਆ ਲੇਖਕ ਬਣਨ ਦਾ ਸ਼ੌਕ ਸੀ, ਉਦੋਂ ਮੈਂ ਅਕਸਰ ਮੇਰੇ ਕਜ਼ਨ ਨੂੰ, ਬੱਬੀ ਨੂੰ ਕਹਿੰਦਾ ਵੀ ਮੈਂ ਇੱਕ ਕਿਤਾਬ ਲਿਖੂੰਗਾ ਆਪਦੇ ਲਈ ਜੀਵਨ 'ਚ। ਤੇ ਉਹ ਕਹਿੰਦੇ ਵੀ ਕੀ ਕਿਵੇਂ? ਮੈਂ ਆਖਿਆ ਬਸ ਮੈਂ ਜੀਵਨ ਦੇ ਜਾਂਚ ਲਿਖਣੀ ਆ, ਉਹਦੇ 'ਚ ਜਿੰਨੇ ਮੈਂ ਠੇਡੇ ਖਾਧੇ ਉਹ ਲਿਖਣੇ ਆ। ਪਰ ਉਹ ਕਿਤੇ ਸੰਯੋਗ ਨਹੀਂ ਬਣਿਆ। ਜਦੋਂ ਵਿਦੇਸ਼ 'ਚ ਗਏ, ਥੋੜ੍ਹਾ ਜਿਹਾ ਪਲੇਟਫਾਰਮ ਮਿਲ ਗਿਆ, ਇੱਕ ਥੋੜ੍ਹਾ ਜਿਹਾ ਭੀੜ 'ਚੋਂ ਬਾਹਰ ਨਿਕਲ ਗਏ, ਤਾਂ ਇਸ ਦੌਰਾਨ ਮੈਂ ਲਿਖਦਾ ਗਿਆ, ਅਖਬਾਰਾਂ ਨੂੰ ਲਿਖਦਾ ਗਿਆ।
ਕਿਤਾਬ ਦਾ ਆਈਡੀਆ ਨਹੀਂ ਸੀਗਾ ਫਿਰ ਆਇਆ ਕਦੇ। ਤਾਂ ਇੱਕ ਦਿਨ ਕੁਦਰਤੀ ਸਾਡੇ ਫੇਮਸ ਰਾਈਟਰ ਨਿੰਦਰ ਘੁਗਿਆਣ ਵੀ ਉੱਥੇ ਗਏ। ਉਹ ਮੈਨੂੰ ਕਹਿੰਦੇ ਯਾਰ ਬਾਈ, ਉਸ ਟਾਈਮ ਉਹਨਾਂ ਨੇ 30-35 ਕਿਤਾਬਾਂ ਹੀ ਲਿਖੀਆਂ ਸੀ, ਹੁਣ ਤਾਂ 60 ਲਿਖਤੀਆਂ ਹੋਣੀਆਂ। ਮੈਨੂੰ ਕਹਿੰਦੇ ਯਾਰ ਤੇਰੇ ਜਿੰਨਾ ਮਟੀਰੀਅਲ ਮੇਰੇ ਕੋਲੇ ਹੁੰਦਾ ਨਾ ਤੇ ਮੈਂ 100 ਕਿਤਾਬ ਲਿਖ ਦਿੰਦਾ, ਤੇ ਤੁਸੀਂ ਕਿਉਂ ਨਹੀਂ ਲਿਖਦੇ? ਤਾਂ ਇੱਕ ਚਿੰਗ ਜੀ ਲੱਗ ਗਈ। ਉਹੀ ਗੱਲ ਬਾਈ ਭੁਪਿੰਦਰ ਪੰਨੀ ਵਾਲੇ ਨਾਲ ਸ਼ੇਅਰ ਕੀਤੀ, ਤਾਂ ਉਹ ਆਦੇ ਯਾਰ ਆਪਾਂ ਐਂ ਕਰਦੇ ਇਹਨੂੰ ਕੰਫਾਈਲ ਕਰਦੇ ਹਾਂ ਹੁਣ ਤੱਕ ਦੇ ਲੇਖਾਂ ਨੂੰ, ਤੇਰੇ ਤੋਂ ਨਵੀਂ ਕਿਤਾਬ ਨਹੀਂ ਲਿਖੀ ਤੇ ਨਾ ਇਹਨਾਂ ਲੇਖਾਂ ਨੂੰ ਕੰਫਾਈਲ ਕਰਦੇ ਹਾਂ। ਉਹਨਾਂ ਨੇ ਕੰਫਾਈਲ ਕੀਤੀ, ਮੈਂ ਉਹਦੇ ਤੇ ਮੂਰੇ ਭੂਮਿਕਾ ਲਿਖਤੀ ਕਿ ਨਵੀਂ ਚੀਜ਼ ਪੇਸ਼ ਕੀਤੀ ਮੈਂ ਕਿਤਾਬ ਦੇ ਵਿੱਚ, ਕਿਉਂਕਿ ਲੇਖ ਪੁਰਾਣੇ ਸੀ। ਮੈਂ ਉਹਨਾਂ ਮੂਰੇ ਲਿਖਤਾ ਕਿਉਂ, ਕਿਵੇਂ, ਕਾਤੋਂ ਵੀ ਇਹ ਲਿਖਿਆ ਗਿਆ। ਤਾਂ ਉਹ ਲੋਕ ਮੂਡ 'ਚ ਜਾ ਕੇ ਪੜ੍ਹਨ ਲੱਗ ਗਏ ਉਸ 'ਚ। ਤੇ ਉਹ ਕਿਤਾਬ ਨੂੰ ਅਸੀਂ 40-50 ਬੰਦਿਆਂ ਨੂੰ ਭੇਜਿਆ ਦਿਖਾਉਣ ਲਈ, ਚੰਗੇ ਲੋਕ ਰਾਈਟਰਾਂ ਨੂੰ। ਉਹ ਆਦੇ ਬਹੁਤ ਸੋਹਣੀ ਆ, ਉਹਨਾਂ ਨੇ ਉਹਦੇ ਰਿਵਿਊ ਲਿਖਤੇ ਤੇ ਅਸੀਂ ਉਹ ਛਾਪਤੀ। ਤੇ ਉਹ ਹੁਣ ਤੱਕ ਉਹਦੇ ਕਾਫੀ ਐਡੀਸ਼ਨ ਕਈ ਅੱਡੋ-ਅੱਡ ਪਬਲਿਸ਼ਰਾਂ ਨੇ ਛਾਪ ਚੁੱਕੇ ਆ। ਤੇ ਕੈਂਗਰੂਨਾਮਾ ਨਾਂ ਰੱਖਣ ਦਾ ਕਾਰਨ ਇਹ ਸੀ, ਕੰਗਾਰੂ ਜਿਹਨੂੰ ਆਪਾਂ ਕਹਿੰਦੇ ਆ, ਉੱਥੇ ਕੈਂਗਰੂ ਕਹਿੰਦੇ ਆ। ਤੇ ਕੈਂਗਰੂ ਆ ਜਿਹੜਾ ਉੱਥੋਂ ਦਾ ਇੱਕ ਨੈਸ਼ਨਲ ਜਿਹੜਾ ਜਾਨਵਰ ਆ, ਤੇ ਉਸ ਕਰਕੇ ਉਹਦਾ ਨਾਮਾ ਅਬਾਊਟ ਇੱਕ ਕਾਮਨ ਜੀ ਗੱਲ ਆ, ਸਾਈਕਲਨਾਮਾ, ਸੜਕਨਾਮਾ, ਸਾਰੇ ਨਾਮੇ। ਤੇ ਉਹ ਮੈਂ ਵੀ, ਮੈਨੂੰ ਲੱਗਿਆ ਯੂਨੀਕ ਨਾਂ ਤੇ ਮੈਂ ਰੱਖ ਲਾਂ। ਤੇ ਹੁਣ ਮੇਰੇ ਕੈਂਗਰੂਨਾਮਾ 2-3 ਅੱਗੇ ਲੜੀ ਚਾ ਰਹੇ ਆ। ਬਿਲਕੁਲ ਜੀ, ਔਰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਨੇ ਤੁਹਾਡੇ ਵਾਸਤੇ, ਉਸ ਆਉਣ ਵਾਲੀਆਂ ਕਿਤਾਬਾਂ ਦੇ ਵਾਸਤੇ ਵੀ। ਪਰ ਜੇਕਰ ਅਸੀਂ ਗੱਲ ਕਰੀਏ ਕਿ ਆਪਣੇ ਸੱਭਿਆਚਾਰ ਦੀ, ਕਿਉਂਕਿ ਜਿੱਥੇ ਵੀ ਸਾਡੇ ਪੰਜਾਬੀ ਗਏ ਨੇ ਉੱਥੇ ਆਪਣਾ ਵਿਰਸਾ, ਆਪਣੀ ਵਿਰਾਸਤ ਨਾਲ ਹੀ ਲੈ ਕੇ ਗਏ ਨੇ। ਸਾਡੇ ਉੱਧਰ ਸੱਭਿਆਚਾਰ ਦਾ ਮੂੰਹ ਮਹਾਂਦਰਾ ਕਿਹੋ ਜਿਹਾ ਹੈ? ਵਧੀਆ ਜੀ, ਮਿਸ ਕਰਦਾ ਜਿਹੜੀ ਚੀਜ਼ ਦੀ ਅਸੀਂ ਘਾਟ ਮਹਿਸੂਸ ਕਰਦੇ ਆ ਨਾ, ਉਹਨੂੰ ਮੱਲੋ ਜੋਰੀ ਉੱਧਰ ਨੂੰ ਪੈਂਦੇ ਆ। ਤੇ ਸਾਨੂੰ ਉੱਥੇ ਘਾਟ ਮਹਿਸੂਸ ਹੁੰਦੀ ਆ, ਤਾਂ ਹੁਣ ਉੱਥੇ ਬਹੁਤ ਸੱਭਿਆਚਾਰ ਦੇ ਨਾਂ ਦੇ ਉੱਤੇ ਮੇਲੇ ਲੱਗਦੇ ਆ, ਮਸੱਬੇ ਲੱਗਦੇ ਆ। ਗੁਰੂ ਘਰਾਂ ਬਣੀਓ ਧਰਮ ਦਾ ਬਹੁਤ ਸੋਹਣਾ ਪ੍ਰਚਾਰ ਕੀਤਾ ਜਾਂਦਾ। ਪੰਜਾਬੀ ਲਿਖਣ, ਬੋਲਣ, ਪੜ੍ਹਨ ਵਾਲੇ ਪਾਸੇ ਵੀ ਸਾਡੇ ਸਕੂਲ ਤੱਕ ਖੁੱਲ੍ਹ ਗਏ ਆ, ਗ੍ਰਾਮਰ ਸਕੂਲ ਤੱਕ ਵੀ। ਅਸੀਂ ਹੁਣ ਕੈਨੇਡਾ, ਇੰਗਲੈਂਡ ਦੇ ਪਿੱਛੇ ਤੁਰਦੇ ਆਉਂਦੇ, ਆਸਟ੍ਰੇਲੀਆ ਦੇ ਵਿੱਚ ਜਿਹੜਾ ਤੀਜਾ ਜਾਂ ਚੌਥਾ ਜੋ ਮਰਜ਼ੀ ਕਹਿ ਲਓ, ਪੰਜਾਬ ਵਸਾਉਣ 'ਚ ਕਾਮਯਾਬ ਹੋ ਗਏ ਜੀ। ਕੀ ਬਾਤ ਹੈ। ਔਰ ਜੇਕਰ ਅਸੀਂ ਗੱਲ ਕਰੀਏ ਕਿ ਜਦੋਂ ਵੀ ਸਾਡੇ ਕੋਲ ਕੋਈ ਵੀ ਵਿਦੇਸ਼ਾਂ ਦੇ ਵਿੱਚੋਂ ਘੁੰਮ ਕੇ ਕੋਈ ਵੀ ਪੰਜਾਬੀ ਆਉਂਦਾ ਤੇ ਉੱਧਰਲੀਆਂ ਚੰਗੀਆਂ ਚੀਜ਼ਾਂ ਜਦੋਂ ਦੇਖ ਕੇ ਆਉਂਦਾ ਤੇ ਉਹ ਸੋਚਦਾ ਕਿ ਯਾਰ ਮੈਂ ਆਪਣੇ ਪਿੰਡ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਨੂੰ ਮੈਂ ਉਸੇ ਤਰ੍ਹਾਂ ਹੀ ਇਨ ਬਿਨ ਲਾਗੂ ਕਰ ਲਵਾਂ, ਇਹ ਵੀ ਮੇਰਾ ਸੋਹਣਾ ਬਣ ਜਾਵੇ, ਆਲਾ ਦੁਆਲਾ ਮੇਰਾ ਸੋਹਣਾ ਹੋ ਜਾਵੇ। ਖੇਤੀ, ਤੁਸੀਂ ਉੱਧਰ ਖੇਤੀ ਦੇ ਨਾਲ ਜੁੜੇ, ਇੱਧਰ ਆਣ ਕੇ ਵੀ ਖੇਤੀ ਕਰਦੇ ਰਹਿੰਦੇ ਹੋ, ਕੀ ਉੱਧਰਲੀਆਂ ਖਾਸ ਚੀਜ਼ਾਂ, ਤਕਨੀਕਾਂ ਜਿਹੜੀਆਂ ਇੱਧਰ ਤੁਸੀਂ ਆਪਣੀ ਖੇਤੀ ਦੇ ਵਿੱਚ ਲਾਗੂ ਕੀਤੀਆਂ ਹੋਣ ਜਾਂ ਸਲਾਹਾਂ ਦੇਣੀਆਂ ਹੋਣ? ਦੇਖੋ, ਮੈਂ ਆਪਦੇ ਤੇ ਲਾਗੂ ਕਰਾਂ ਨਾ ਕਰਾਂ, ਪਰ ਮੈਨੂੰ ਐ ਹੁੰਦਾ ਵੀ ਸਾਰੀ ਦੁਨੀਆ ਨੂੰ ਮੈਂ ਦੱਸ ਦਿਆਂ, ਸਾਰੀ ਦੁਨੀਆ ਚੋਂ ਲਾਹਾ ਲੈ ਲੈ। ਇਹ ਮੇਰਾ ਪਹਿਲੇ ਦਿਨ ਤੋਂ ਹੀ ਰਿਹਾ। ਸੋ ਇਹ ਚੀਜ਼ ਨੇ ਕਰਕੇ ਮੈਨੂੰ ਲਿਖਣ ਲਾਇਆ। ਮੈਂ ਉੱਥੇ ਪਹਿਲਾਂ ਲੇਖ ਹੀ ਇੱਕ ਰਿਵਰਲੈਂਡ ਸੀ, ਪੰਜਾਬੀ ਏਰੀਆ, ਉਹਦੇ ਤੇ ਲਿਖਿਆ ਸੀ। ਰਿਵਰ ਦੇ ਕੰਢੇ ਵਸਿਆ ਹੋਇਆ, ਜਿਵੇਂ ਪੰਜਾਬ ਆ ਉਹ ਰਿਵਰਲੈਂਡ ਆ। ਤਾਂ ਮੈਂ ਉਹਦੇ ਤੇ ਲਿਖਿਆ ਵੀ ਕਿਵੇਂ ਵਸਦਾ, ਤਾਂ ਉਹਦੇ 'ਚ ਬੜਾ ਮੈਨੂੰ ਵਧੀਆ ਮਿਲਿਆ। ਫਿਰ ਮੈਨੂੰ ਲੱਗਿਆ ਵੀ ਪ੍ਰਿੰਟ ਦੇ ਵਿੱਚ ਹਜੇ ਲੋਕ ਪੜ੍ਹਨ ਨੂੰ ਹਟ ਗਏ, ਇੰਨਾ ਕਿਉਂ ਨਾ ਆਪਾਂ ਰੇਡੀਓ ਦਾ ਇੱਕ ਯੁੱਗ 'ਚ ਆਇਆ। ਫਿਰ ਰੇਡੀਓ ਜਰੀਏ ਮੈਂ 10 ਸਾਲ ਰੇਡੀਓ ਤੇ ਸ਼ੋਅ ਕਰੇ, ਲਾਈਵ ਟਾਕ ਤੇ, ਉੱਥੇ ਇਹ ਚੀਜ਼ਾਂ ਦੱਸੀਆਂ। ਫਿਰ ਉਸ ਤੋਂ ਰੇਡੀਓ ਤੋਂ ਬਾਅਦ ਐਂ ਲੱਗਿਆ ਵੀ ਜਿਹੜਾ ਇਹ ਵਿਜ਼ੂਅਲ ਦਾ ਜ਼ਮਾਨਾ, ਵੀ ਕਿਉਂ ਨਾ ਵੀਡੀਓ ਤੇ ਆਈਏ। ਫਿਰ ਵੀਡੀਓ ਚੈਨਲ ਬਣਾਇਆ। ਉਹ ਚੈਨਲ ਦੇ ਜਰੀਏ ਮੇਰਾ ਮਕਸਦ ਹੀ ਇਹ ਸੀ ਵੀ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੀ ਖੇਤੀ ਹੋ ਰਹੀ ਆ, ਉਹ ਤਕਨੀਕ ਅਸੀਂ ਕਿਉਂ ਨਹੀਂ ਅਪਣਾ ਸਕਦੇ। ਮੈਂ ਇੱਕ ਚੀਜ਼ ਇੱਥੇ ਦਾਅਵੇ ਨਾਲ ਕਹਿ ਦਿੰਦਾ ਜੀ, ਵੀ ਮੈਂ ਬਹੁਤ ਮੁਲਕ ਘੁੰਮਿਆ, ਬਹੁਤ ਮੁਲਕਾਂ ਦੀ ਖੇਤੀ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਤੇ ਜਾ ਕੇ। ਪਰ ਮੈਂ ਜਿਹੜਾ ਕੁਦਰਤ ਮਿਹਰਬਾਨ ਇੰਡੀਆ ਤੇ ਆ, ਪੰਜਾਬ ਤੇ ਆ, ਉਹ ਦੁਨੀਆ 'ਚ ਕਿਤੇ ਨਹੀਂ ਹੈਗੀ। ਬਸ ਅਸੀਂ ਵੱਖਰੀ ਗੱਲ ਆ ਵੀ ਅਸੀਂ ਕੁਦਰਤ ਨੂੰ ਇੰਨਾ ਕੁ ਘਸਮੈਲਾ ਕਰਤਾ ਵੀ ਮੈਂ ਪਿਛਲੇ 15-20 ਦਿਨ ਤੋਂ ਆਇਆ ਤੇ ਮੈਂ ਅਸਮਾਨ ਦਾ ਜਿਹੜਾ ਨੀਲਾ ਰੰਗ ਦੇਖਣ ਨੂੰ ਤਰਸ ਰਿਹਾ, ਤੇ ਕਿਤੇ ਉੱਥੇ ਸਾਨੂੰ ਅਸਮਾਨ ਨੀਲੇ ਰੰਗ ਦਾ ਦਿਖਦਾ, ਗੂੜਾ ਦਿਸਦਾ। ਬਿਲਕੁਲ ਜੀ। ਔਰ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ, ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿ ਵੀ ਗਈਆਂ। ਉਹ 5-7 ਸਾਲ ਲੱਗ ਸਕਦੇ ਆਪਾਂ ਨੂੰ ਗੱਲਾਂ ਕਰਨ ਦੇ ਲਈ, ਤੇ ਇਸੇ ਤਰ੍ਹਾਂ ਹੀ ਆਪਣੀਆਂ ਮੁਲਾਕਾਤਾਂ ਮੁੜ ਵੀ ਹੁੰਦੀਆਂ ਰਹਿਣਗੀਆਂ। ਅੱਜ ਦੀ ਮੁਲਾਕਾਤ ਬਹੁਤ ਚੰਗੀ ਰਹੀ। ਤੁਹਾਡਾ ਇਹ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ।
ਦੇ ਜ਼ੋਰ ਨਾਲ ਗਾਉਂਦੇ